Yes. God is good. All the time. ਜ਼ੋਰਦਾਰ ਤਾਲੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪ ਸਭ ਦਾ ਕੈਲਗਰੀ ਪੰਜਾਬੀ ਕ੍ਰਿਸਚੀਅਨ ਚਰਚ ਵੱਲੋਂ ਨਿੱਘਾ ਸਵਾਗਤ ਪ੍ਰਭੂ ਦੇ ਘਰ ਦੇ ਵਿੱਚ ਜਿਹੜੇ ਚਰਚ ਦੇ ਵਿੱਚ ਆਏ ਨੇ ਔਰ ਜਿਹੜੇ ਆਨਲਾਈਨ ਦੇ ਵਿੱਚ ਕਿਸੇ ਵੀ ਪਲੇਟਫਾਰਮ ਤੋਂ ਦੇਖ ਰਹੇ ਸੁਣ ਰਹੇ ਨੇ ਆਪ ਸਭ ਦਾ ਨਿੱਘਾ ਸਵਾਗਤ। ਅੱਜ ਅਸੀਂ ਸੌਮ ਪੜਾਂਗੇ ਭਜਨ 100 ਸੌਮ 100। ਉਸਤਾਦ ਅਤੇ ਧੰਨਵਾਦ। ਅਸੀਂ ਸਾਰੇ ਖੁਸ਼ੀ ਦੇ ਨਾਲ ਪ੍ਰਭੂ ਦੇ ਘਰ ਦੇ ਵਿੱਚ ਆਨੇ ਆ ਔਰ ਪ੍ਰਭੂ ਕੋ ਤਾਕਤ ਮੰਗਦੇ ਆਪਾਂ ਯਿਸੂ ਮਸੀਹ ਕੋ ਕਿ ਅਸੀਂ ਉਸ ਦੀ ਉਸਤਤ ਜਿਹੜੀ ਹੈ ਖੁਸ਼ੀ ਦੇ ਨਾਲ ਔਰ ਪਵਿੱਤਰ ਆਤਮਾ ਦੇ ਦੁਆਰਾ ਕਰੀਏ। Amen. 100 ਸੌਮ ਭਜਨ 100 ਚ ਲਿਖਿਆ हे सब ਧਰਤੀ ਵਾਸੀਓ, हे सब ਧਰਤੀ ਵਾਸੀਓ ਪ੍ਰਭੂ ਦੀ ਜੈ ਜੈਕਾਰ ਕਰੋ। हे सब ਧਰਤੀ ਵਾਸੀਓ ਪ੍ਰਭੂ ਦੀ ਜੈ ਜੈਕਾਰ ਕਰੋ, ਖੁਸ਼ੀ ਨਾਲ ਉਸ ਦੀ ਉਪਾਸਨਾ ਕਰੋ, ਜੈ ਜੈਕਾਰ ਕਰਦੇ ਹੋ ਉਸ ਦੇ ਕੋਲ ਆਓ। ਇਹ ਜਾਣ ਰੱਖੋ ਕਿ ਪ੍ਰਭੂ ਪਰਮੇਸ਼ਰ ਹੈ, ਉਸਨੇ ਸਾਨੂੰ ਬਣਾਇਆ ਅਤੇ ਅਸੀਂ ਉਸੇ ਦੇ ਹਾਂ, ਅਸੀਂ ਉਸੇ ਦੇ ਲੋਕ ਅਤੇ ਇੱਜੜ ਹਾਂ। ਧੰਨਵਾਦ ਕਰਦੇ ਹੋਏ ਉਸ ਦੇ ਮੰਦਿਰ ਵਿੱਚ ਆਓ, ਧੰਨਵਾਦ ਕਰਦੇ ਹੋਏ ਉਸ ਦੇ ਮੰਦਿਰ ਵਿੱਚ ਆਓ, ਉਸਤਤ ਕਰਦੇ ਹੋਏ ਉਸ ਦੀ ਪਵਿੱਤਰ ਥਾਂ 'ਤੇ ਜਾਓ, ਉਸ ਦਾ ਧੰਨਵਾਦ ਕਰੋ ਅਤੇ ਉਸ ਦੇ ਨਾਂ ਨੂੰ ਧੰਨ ਕਹੋ। ਪ੍ਰਭੂ ਭਲਾ ਹੈ, ਸਾਰੇ ਬੋਲੋ ਪ੍ਰਭੂ ਭਲਾ ਹੈ, ਉਸ ਦੀ ਦਇਆ ਸਦਾ ਰਹਿਣ ਵਾਲੀ ਹੈ ਅਤੇ ਉਸ ਦੀ ਸੱਚਾਈ ਪੀੜ੍ਹੀਓਂ ਪੀੜ੍ਹੀ ਬਣੀ ਰਹਿੰਦੀ ਹੈ। ਆਮੀਨ। ਦੁਬਾਰਾ ਪੜਾਂਗੇ ਲਾਸਟ ਵਨ। ਪ੍ਰਭੂ ਭਲਾ ਹੈ, ਉਸ ਦੀ ਦਇਆ ਸਦਾ ਰਹਿਣ ਵਾਲੀ ਹੈ ਅਤੇ ਉਸ ਦੀ ਸੱਚਾਈ ਪੀੜ੍ਹੀਓਂ ਪੀੜ੍ਹੀ ਬਣੀ ਰਹਿੰਦੀ ਹੈ। ਆਮੀਨ। ਲੈਟਸ ਪ੍ਰੇ। ਖੁਦਾ ਬਾਪ ਤੇਰਾ ਸ਼ੁਕਰਾਨਾ ਪ੍ਰਭੂ ਅੱਜ ਦੇ ਦਿਨ ਦੇ ਲਈ। ਪ੍ਰਭੂ ਜੀ ਸੋਹਣਾ ਦਿਨ ਖੁਦਾ ਬਾਪ ਤੂੰ ਲੈ ਕੇ ਆਇਆ ਪ੍ਰਭੂ ਜੀ, ਅਸੀਂ ਆਪਣੀ ਤਾਕਤ ਨਾਲ ਨਹੀਂ ਆਏ ਖੁਦਾ ਬਾਪ। ਤੇਰੀ ਰਹਿਮ ਤੇਰੀ ਕਿਰਪਾ ਖੁਦਾ ਬਾਪ ਕਿ ਤੂੰ ਸਾਡੇ ਮਨਾਂ ਦੇ ਵਿੱਚ ਖੁਦਾ ਪਰਮੇਸ਼ਰ ਪਾਉਂਦਾ ਕਿ ਅਸੀਂ ਤੇਰੇ ਘਰ ਜਾ ਕੇ ਤੇਰੀ ਉਸਤਤ ਕਰੀਏ। ਆਮੀਨ। ਥੈਂਕ ਯੂ ਖੁਦਾ ਬਾਪ ਤੇਰਾ ਸ਼ੁਕਰਾਨਾ। ਇਸ ਵੇਲੇ ਪ੍ਰਭੂ ਜੀ ਮੈਂ ਆਪਣੇ ਆਪ ਨੂੰ ਔਰ ਸਾਰੇ ਤੇਰੀ ਸੰਗਤ ਨੂੰ ਤੇਰੇ ਪਰਿਵਾਰ ਨੂੰ ਤੇਰੇ ਹੱਥਾਂ 'ਚ ਦਿੰਦੇ ਖੁਦਾ ਬਾਪ। ਜਿਹੜੇ ਚਰਚ ਦੇ ਵਿੱਚ ਆਏ ਜੋ ਵੀ ਆਨਲਾਈਨ 'ਚ ਸੁਣ ਰਹੇ ਸਭ ਨੂੰ ਪ੍ਰਭੂ ਜੀ ਤੂੰ ਸਵਰਗਾਂ ਦੇ ਬਲੈਸਿੰਗ ਦੀ ਪ੍ਰਭੂ ਜੀ ਬਾਰਿਸ਼ ਕਰ ਖੁਦਾ ਬਾਪ। ਨਵਾਂ ਦਿਨ ਨਵੀਂ ਬਲੈਸਿੰਗ, ਨਵਾਂ ਦਿਨ ਨਵੀਂ ਬਲੈਸਿੰਗ ਦੇ ਨਾਲ ਪ੍ਰਭੂ ਜੀ ਤ੍ਰਿਪਤ ਕਰ ਖੁਦਾ ਬਾਪ। ਔਰ ਪਵਿੱਤਰ ਆਤਮਾ ਅਸੀਂ ਤੇਰੇ ਹਜ਼ੂਰੀ ਦੇ ਵਿੱਚ ਤੇਰੇ ਘੇਰੇ ਦੇ ਵਿੱਚ ਆਨੇ ਖੁਦਾ ਬਾਪ। ਸਾਡੇ ਮਨਾਂ ਨੂੰ ਤੂੰ ਸ਼ਾਂਤ ਕਰ। ਤੇਰੇ ਘਰ ਆਏ ਆ ਤੇਰੇ ਨਾਲ ਗੱਲਬਾਤ ਕਰਨ, ਤੈਨੂੰ ਆਪਣੀਆਂ ਗੱਲਾਂ ਦੱਸਣ ਖੁਦਾ ਬਾਪ। ਤੇਰਾ ਸ਼ੁਕਰਾਨਾ। ਹੋਰ ਆਕਾਸ਼ਕ ਤੋਰੋ ਯਿਸੂ ਤੇਰਾ ਨਾਮ ਮੁਬਾਰਕ ਹੋਵੇ। ਪਿਆਰੇ ਪਰਮੇਸ਼ਰ ਤੂੰ ਬੜਾ ਹੀ ਪਿਆਰਾ ਤੇ ਭਲਾ ਪਰਮੇਸ਼ਰ ਹੈ। ਥੈਂਕ ਯੂ ਜੀਸਸ। ਤੂੰ ਸਾਨੂੰ ਜ਼ਿੰਦਗੀ ਦਿੱਤੀ, ਜ਼ਿੰਦਗੀ ਹੀ ਨਹੀਂ ਦਿੱਤੀ, ਸਦਾ ਦੀ ਜ਼ਿੰਦਗੀ ਦਿੱਤੀ। ਥੈਂਕ ਯੂ ਲਾਰਡ। ਪ੍ਰਭੂ ਯਿਸੂ ਤੇਰਾ ਬਹੁਤ ਸ਼ੁਕਰਾਨਾ ਪਿਆਰੇ ਪਰਮੇਸ਼ਰ। ਇਸ ਵੇਲੇ ਪ੍ਰਭੂ ਜੀ ਮੈਂ ਵਰਸ਼ਿਪ ਟੀਮ ਨੂੰ ਤੇਰੇ ਹੱਥਾਂ 'ਚ ਦੇਣਾ ਖੁਦਾ। ਸਭ ਨੂੰ ਪ੍ਰਭੂ ਤੂੰ ਮਸਾ ਕਰ। ਅਸੀਂ ਗਾਣਾ ਨਹੀਂ ਜਾਣਦੇ ਮਗਰ ਜਦੋਂ ਤੂੰ ਸਿਖਾਉਂਦਾ ਤੇ ਪ੍ਰਭੂ ਜੀ ਅਸੀਂ ਗਾਣ ਵਾਲੇ ਬਣ ਜਾਂਦੇ ਨੇ ਖੁਦਾ। ਤੇਰਾ ਸ਼ੁਕਰਾਨਾ। ਅਸੀਂ ਵਜਾਣਾ ਨਹੀਂ ਜਾਣਦੇ ਪ੍ਰਭੂ ਜੀ ਮਗਰ ਤੂੰ ਤੇਰੇ ਹੱਥਾਂ ਨੂੰ ਛੂਹਣਾ ਖੁਦਾ ਬਾਪ। ਅਸੀਂ ਤਬਲਾ ਤੇ ਢੋਲਕੀ ਵਜਾਣਾ ਸ਼ੁਰੂ ਕਰ ਦਿੰਦੇ ਆ ਪ੍ਰਭੂ ਜੀ। ਤੇਰੀ ਕਿਰਪਾ ਨਾਲ ਅਸੀਂ ਸਭ ਕੁਝ ਕਰ ਸਕਦੇ ਹਾਂ ਖੁਦਾ ਬਾਪ। ਸਭ ਦੇ ਉੱਤੇ ਤੇਰੀ ਬਲੈਸਿੰਗ ਬਣੀ ਰਹੇ ਪ੍ਰਭੂ ਜੀ। ਅੱਜ ਪ੍ਰਭੂ ਜੀ ਭੈਣ ਨੇ ਆਈ ਬਲੀਵ ਮੈਸੇਜ ਦੇਣਾ, ਛੂ ਲਾ ਉਸਨੂੰ ਖੁਦਾ ਬਾਪ। ਯੈਸ ਲਾਰਡ। ਉਸਨੇ ਮੂੰਹ ਨੂੰ ਛੂ ਲਾ ਖੁਦਾ ਬਾਪ। ਬਲੈਸ ਹਰ। ਜਦੋਂ ਵਚਨ ਪ੍ਰਭੂ ਜੀ ਬੋਲੇ ਪ੍ਰਭੂ ਜੀ ਉਹ ਤੇਰੀ ਵੱਲੋਂ ਹੋਣ ਔਰ ਸਾਡੇ ਮਨਾਂ ਦੇ ਵਿੱਚ ਖੁਦਾ ਬਾਪ ਉਹ ਸਟੈਂਪ ਕਰ ਜਾਣ ਪ੍ਰਭੂ ਜੀ, ਸਟੈਂਪ ਕਰ ਜਾਣ ਕਰ ਖੁਦਾ ਬਾਪ ਕਿ ਆਪਣੀ ਜ਼ਿੰਦਗੀ ਅਸੀਂ ਆਪਣੀ ਜ਼ਿੰਦਗੀਆਂ ਜਿਹੜੀਆਂ ਤੇਰੇ ਵਚਨ ਦੇ ਨਾਲ ਪ੍ਰਭੂ ਜੀ ਅਸੀਂ ਚਲਾਈਏ ਖੁਦਾ ਬਾਪ। ਉਹ ਲੋਕਾਂ ਨੂੰ ਦੱਸੀਏ ਕਿਉਂਕਿ ਤੂੰ ਸਾਨੂੰ ਪ੍ਰਭੂ ਜੀ ਮੰਦਿਰ ਬਣਾਇਆ ਪਿਆਰੇ ਪਰਮੇਸ਼ਰ। ਹੋਰ ਰਖਸ਼ਕ ਤੋਂ ਰੋਲੋ ਦੁਰਬੋ ਯਿਸੂ ਤੇਰਾ ਨਾਮ ਮੁਬਾਰਕ ਹੋਵੇ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗ ਲੈਂਦੇ ਆ ਸਾਰੀ ਸੰਗਤ ਕਵੇ ਆਮੀਨ ਆਮੀਨ ਆਮੀਨ।
बोलो यीशु मसीह की। हाँ जी, थैंक यू सो मच। बैठ जाए। रब कोल असीं आने आ, बड़ियां साडे दिल च मुरादां हुंदियां, कोई उम्मीदां हुंदियां, कोई बोझ हुंदे ने। So today as you come to the Lord, just bring it over to him. कहंदा अपना बोझ मैनू दे दिओ, मैं चुक लवांगा। कदी असीं दे भी देने आ, पर फिर भी अपने बोझ आप चुकना चाहते हैं, है ना, उन्होंने आप हैंडल करना चाहते हैं। Then just leave it over to him, roll it over to him. So रख के उम्मीद है मैं आया। रख के उम्मीद मैं आया, रख के उम्मीद मैं आया, मेरे खुदाया के तू आके मेरे खुदाया के तू सहारा। रख के उम्मीद मैं आया, रख के उम्मीद मैं आया, मेरे खुदाया के तू सहारा, 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 मेरे खुदाया के तू मेरे जीवन की रोटी है, तू मेरे जीवन का पानी है, तू मेरे जीवन की रोटी है, तू मेरे जीवन का पानी है। खाता रहूं, पीता रहूं, खाता रहूं, पीता रहूं, तेरी महिमा गाता रहूं। तू मेरे जीवन की रोटी है, तू मेरे जीवन का पानी है। मुझको मिली है जिंदगानी है, तेरी मीठी कुर्बानी है, तेरी मीठी कुर्बानी है।
is great. Amen. Oh, Bless them abundantly, and Lord, for the youth, Lord, I just pray that that you freshen their minds, Lord, as they prepare for the play, Lord Jesus Christ, to glorify your name, Lord. I thank you, Lord, and I praise your mighty name, Jesus Christ. Amen. Amen. See you, children, in your classes, and we'll see you in a bit, youth. Good morning. God is good All the time. all the time. God is good. All the time God is good. ਮੈਂ ਹਮੇਸ਼ਾ ਜਦੋਂ ਇਹ ਕਹਿੰਦੀ ਆ ਕਿ ਪ੍ਰਭੂ ਹਰ ਵਕਤ ਭਲਾ, ਤਾਂ ਮੇਰਾ ਧਿਆਨ ਹਮੇਸ਼ਾ ਇਸ ਗੱਲ ਤੇ ਚਲਿਆ ਜਾਂਦਾ ਕਿ ਕੋਈ ਇਨਸਾਨ ਜਿੰਨੀ ਮਰਜ਼ੀ ਆਪਣੀ ਕੋਸ਼ਿਸ਼ ਕਰ ਲਵੇ ਕਿਉਂ ਮੈਂ ਹਮੇਸ਼ਾ ਭਲਾਈ ਕਰਨੀ ਆ, ਉਹ ਕਿਤੇ ਨਾ ਕਿਤੇ ਫੇਲ ਹੋ ਜਾਂਦਾ, ਡਿੱਗ ਜਾਂਦਾ। ਪਰ ਇੱਕ ਪਰਮੇਸ਼ਵਰ ਆ, ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਮਾਲਕ ਆ, ਜੋ ਹਰ ਵਕਤ ਭਲਾ ਤੇ ਭਲਾਈਆਂ ਦੇ ਨਾਲ ਭਰਪੂਰ ਆ। ਇਸ ਲਈ ਅਸੀਂ ਪੂਰੇ ਦਿਲ, ਪੂਰੀ ਜਾਨ, ਪੂਰੀ ਤਾਕਤ ਦੇ ਨਾਲ ਕਹਿ ਸਕਦੇ ਹਾਂ ਗॉड ਇਜ਼ ਗੁੱਡ। ਜ਼ੋਰ ਨਹੀਂ ਲੱਗਾ ਪੂਰਾ। ਗॉड ਇਜ਼ ਗੁੱਡ all the time. All the time God is good. ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈਗਾ ਪਲੀਜ਼ਿੰਗ ਦ ਮਾਸਟਰ ਬਾਏ ਓਬੇਇੰਗ। ਪੰਜਾਬੀ ਦੇ ਵਿੱਚ ਆਗਿਆਕਾਰੀ ਦੇ ਰਾਹੀਂ ਆਪਣੇ ਮਾਲਕ ਨੂੰ ਖੁਸ਼ ਕਰਨਾ। ਮਾਲਕ ਨੂੰ ਕਿਵੇਂ ਖੁਸ਼ ਕਰਨਾ? ਆਗਿਆਕਾਰੀ ਦੇ ਨਾਲ। ਸੋ ਬੇਸਿਕਲੀ ਜੇ ਅਸੀਂ ਪੂਰੀ ਨਹੀਂ ਵੇਖੀ, ਜਦੋਂ ਮੈਂ ਵਾਰੀ-ਵਾਰੀ ਤੁਹਾਨੂੰ ਜਗਾ ਕੇ ਵਿੱਚ ਦੀ ਪੁੱਛੂੰਗੀ ਕਿ ਸਾਡਾ ਟਾਈਟਲ ਕੀ ਆ, ਤੇ ਤੁਸੀਂ ਦਵਾ-ਦਵ ਕਹਿ ਦੇਣਾ ਆਗਿਆਕਾਰੀ। ਕੀ ਆ? ਆਗਿਆਕਾਰੀ। ਹਾਲੇਲੂਇਆ। ਹੁਣ ਅਗਰ ਅਸੀਂ ਦੇਖੀਏ ਕਿ ਆਗਿਆਕਾਰੀ ਹੈ ਕੀ ਆ, ਵਟ ਇਜ਼ ਓਬੀਡੀਐਂਸ? ਓਬੇਇੰਗ। ਸਿੰਪਲ ਸ਼ਬਦਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਓਬੀਡੀਐਂਸ ਇਜ਼ ਅ ਬਿਹੇਵੀਅਰ that is respectful and mindful of rules and laws, parents, teacher, cop, authorities, all appreciate obedience. Obedience ਇੱਕ ਸੁਭਾਅ ਆ ਜਿਸ ਦੇ ਵਿੱਚ ਰਿਸਪੈਕਟ ਭਰੀ ਹੋਈ ਆ। ਮਾਈਂਡ ਦੇ ਵਿੱਚ ਹਮੇਸ਼ਾ ਰਹਿੰਦਾ ਕਿ ਮੈਨੂੰ ਕਿਸੇ ਨੇ ਇਹ ਗੱਲ ਕਹੀ ਆ, ਮੈਂ ਕਰਨੀ ਹੋਈ ਆ। ਹਾਲੇਲੂਇਆ। ਜਿਹੜੇ ਵੀ ਸਾਡੇ ਉੱਪਰ ਰੱਖੇ ਗਏ ਆ ਰੂਲ ਕਰਨ ਨੂੰ, ਚਾਹੇ ਉਹ ਸਾਡੇ ਪੇਰੈਂਟਸ ਆ, ਚਾਹੇ ਗ੍ਰੈਂਡ ਪੇਰੈਂਟਸ ਆ, ਚਾਹੇ ਅਥਾਰਟੀਜ਼ ਆ, ਚਾਹੇ ਰੂਲਰਸ ਆ, ਚਾਹੇ ਸਾਡੇ ਟੀਚਰ ਆ, ਚਾਹੇ ਕੌਪ ਹੀ ਆ ਜਿਹੜੇ ਸਾਨੂੰ ਟਿਕਟਾਂ ਦਿੰਦੇ ਆ, ਜਿੰਨੀਆਂ ਵੀ ਅਥਾਰਟੀਜ਼ ਸਾਡੇ ਉੱਪਰ ਰੱਖੀਆਂ ਗਈਆਂ, ਉਹਨਾਂ ਦੇ ਲਈ ਸਾਡੇ ਦਿਲ ਦੇ ਵਿੱਚ ਹਮੇਸ਼ਾ ਓਬੀਡੀਐਂਸ ਬਣੀ ਰਵੇ। ਓਬੀਡੀਐਂਸ ਕੀ ਹੈਗੀ ਆ? ਵਿਲਿੰਗਨੈਸ। ਹਮੇਸ਼ਾ ਵਿਲਿੰਗ ਟੂ ਓਬੇ। ਮੈਂ ਆਪਣੇ ਬੇਟੇ ਸੋਨੂ ਲਈ ਇਹ ਕਹਿ ਸਕਦੀ ਹਾਂ ਕਿ ਮੈਂ ਜਦੋਂ ਹੀ ਉਹਨੂੰ ਥੋੜ੍ਹਾ ਜਿਹਾ ਕਹਿੰਦੀ, ਸੋਨੂ ਮੇਰਾ ਤੈਨੂੰ ਦੇਖਣ ਨੂੰ ਜੀ ਕਰੀ ਜਾਂਦਾ, ਵਾਣੀ ਨੂੰ ਦੇਖਣ ਨੂੰ ਜੀ ਕਰੀ ਜਾਂਦਾ, ਪਤਾ ਨਹੀਂ ਕਿੱਥੋਂ ਟਾਈਮ ਕੱਢਦਾ ਫੋਨ, ਮੰਮੀ ਮੈਂ 5 ਮਿੰਟ ਲਈ ਆ ਰਿਹਾ। No matter how busy he is, ਭੱਜ ਕੇ ਆਉਂਦਾ। ਓਬੀਡੀਐਂਸ, ਵਿਲਿੰਗਨੈਸ, ਆਪਣੇ ਟਾਈਮ 'ਚੋਂ ਟਾਈਮ ਕੱਢ ਕੇ। ਪਰਮੇਸ਼ਵਰ ਦਾ ਵਚਨ ਸਾਨੂੰ ਇਹ ਸਿਖਾਉਂਦਾ ਅੱਜ ਕਿ ਜਿਹੜੀ ਵਿਲਿੰਗਨੈਸ ਆ, ਅਸੀਂ ਇਸ ਨੂੰ ਕਿੱਥੋਂ ਦੇਖਣਾ? ਵਿਲਿੰਗਨੈਸ ਨੂੰ ਤੇ ਓਬੀਡੀਐਂਸ ਨੂੰ ਅਸੀਂ ਕਿੱਥੋਂ ਦੇਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨਾ? ਸਾਡੇ ਕੋਲੇ ਪਰਮੇਸ਼ਵਰ ਦਾ ਵਚਨ ਆ। ਦੁਨੀਆ ਬਣੀ ਕਦੋਂ? ਬੰਦਾ ਕਿਵੇਂ ਬਣਿਆ? ਪਾਪ ਇਸ ਦੁਨੀਆ 'ਚ ਕਦੋਂ ਆਇਆ? ਬੰਦਾ ਪਰਮੇਸ਼ਵਰ ਤੋਂ ਕਿਉਂ ਵਿਛੜਿਆ? ਬੰਦੇ ਦੇ ਅੰਦਰ ਜਿਹੜੀ ਭੁੱਖ ਸੀ
ਉਹ ਬੰਦਾ ਕਦੇ ਪੱਥਰਾਂ ਨੂੰ ਪੂਜਦਾ, ਕਦੇ ਬਾਬਿਆਂ ਨੂੰ ਪੂਜਦਾ, ਕਿਹੜੀ ਕੋਸ਼ਿਸ਼ ਉਹ ਨਹੀਂ ਕਰਦਾ ਕਿ ਉਸ ਦੀ ਭੁੱਖ ਪੂਰੀ ਹੋ ਜਾਵੇ। ਪਰ ਜਦੋਂ ਤੱਕ ਉਸ ਦਾ ਮੇਲ ਪਰਮੇਸ਼ਵਰ ਦੇ ਨਾਲ ਨਹੀਂ ਹੁੰਦਾ, ਉਸ ਦੀ ਭੁੱਖ ਜਿਹੜੀ ਆ ਉਹ ਬਰਕਰਾਰ ਰਹਿੰਦੀ ਆ। ਪਰਮੇਸ਼ਵਰ ਨੇ ਸਾਨੂੰ ਵਚਨ ਦਿੱਤਾ ਕਿ ਸਾਨੂੰ ਪਤਾ ਲੱਗ ਜਾਵੇ ਕਿ ਦੁਨੀਆ ਨੂੰ ਬਣਾਉਣ ਵਾਲਾ ਮਾਲਿਕ ਕੌਣ ਆ। ਅਸੀਂ ਰੱਬ ਰੱਬ ਸਾਰੇ ਕਰਦੇ ਆ, ਪਰ ਰੱਬ ਹੈ ਕੌਣ ਆ? ਕਿਵੇਂ ਉਹਨੇ ਦੁਨੀਆ ਬਣਾਈ? ਪਾਪ ਚੀਜ਼ ਕੀ ਆ? ਅਸੀਂ ਜਿਸ ਆਗਿਆਕਾਰੀ ਦੀ ਗੱਲ ਕਰਦੇ ਆ, ਉਸ ਆਗਿਆਕਾਰੀ ਦੇ ਆਪੋਜ਼ਿਟ ਇੱਕ ਵਰਡ ਆ, ਅਵਗਿਆਕਾਰੀ। ਉਸ ਅਵਗਿਆਕਾਰੀ ਦੇ ਕਾਰਨ ਅੱਜ ਸਾਰੀ ਮਨੁੱਖ ਜਾਤੀ ਪਰਮੇਸ਼ਵਰ ਤੋਂ ਵਿਛੜੀ ਹੋਈ ਆ। ਪਰ ਪਰਮੇਸ਼ਵਰ ਇੰਨਾ ਕਿਰਪਾਲੂ ਆ ਕਿ ਉਹ ਥੱਲੇ ਆਏ, ਉਹਨਾਂ ਨੇ ਮਨੁੱਖ ਦੇ ਪਾਪਾਂ ਦਾ ਹਰਜਾਨਾ ਸੂਲੀ ਤੇ ਭਰਿਆ ਤੇ ਆਪਣੇ ਨਾਲ ਉਹਨਾਂ ਨੂੰ ਜੋੜਿਆ। ਅਸੀਂ ਅੱਜ ਆਗਿਆਕਾਰੀ ਸਿੱਖਾਂਗੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ। ਪੁਰਾਣੇ ਨੇਮ ਤੋਂ ਲੈ ਕੇ, ਜੈਨੇਸਿਸ ਤੋਂ ਲੈ ਕੇ ਲਾਸਟ ਜਿਹੜੀ ਬਾਈਬਲ ਦੀ ਕਿਤਾਬ ਆ ਪ੍ਰਕਾਸ਼ ਦੀ ਪੋਥੀ, ਉਸ ਦੇ ਵਿੱਚ ਸਾਨੂੰ ਕਿੰਨੇ ਕੈਰੈਕਟਰ ਮਿਲਦੇ ਆ ਜਿਨ੍ਹਾਂ ਨੇ ਆਗਿਆਕਾਰੀ ਕੀਤੀ। ਤੁਸੀਂ ਗਿਣ ਸਕਦੇ ਆ ਆਪਣੀਆਂ ਉਂਗਲਾਂ ਤੇ? ਕੋਈ ਵੀ ਨਹੀਂ ਗਿਣ ਸਕਦਾ। ਅਗਰ ਅਸੀਂ ਇਬਰਾਨੀਆਂ ਦਾ 11ਵਾਂ ਚੈਪਟਰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਉਹਨਾਂ ਦਾ ਅਲੱਗ-ਅਲੱਗ ਜ਼ਿਕਰ ਦੱਸਿਆ ਗਿਆ ਕਿ ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਤੱਕ ਗਵਾਤੀਆਂ ਪਰਮੇਸ਼ਵਰ ਦੀ ਕੀ ਕਰਨ ਨੂੰ? ਆਗਿਆਕਾਰੀ ਕਰਨ। ਨੋਆ ਦੀ ਅਸੀਂ ਐਗਜ਼ਾਮਪਲ ਦੇਖ ਸਕਦੇ ਹਾਂ। ਕਦੇ ਉਸਨੇ ਦੇਖਿਆ ਸੀ ਮੀਂਹ ਪੈਂਦਾ? ਉਸਨੂੰ ਪਤਾ ਸੀ ਮੀਂਹ ਕੀ ਹੁੰਦਾ? ਫਿਰ ਵੀ ਉਸਨੇ ਕੀ ਕੀਤਾ? ਕਿੰਨੀ ਵੱਡੀ ਆਗਿਆਕਾਰੀ ਕਰਕੇ ਇੰਨਾ ਵੱਡਾ ਇੰਨੀ ਵੱਡੀ ਬੋਟ ਬਣਾਈ। ਮੈਂ ਤਾਂ ਇਹ ਕਹਿ ਸਕਦੀ ਹਾਂ ਸ਼ਿਪ ਬਣਾਇਆ। ਉਹ ਪਹਿਲਾ ਸ਼ਿਪ ਸੀਗਾ। ਔਰ ਫਿਰ ਤੁਸੀਂ ਇਹ ਦੇਖੋ ਕਿ ਇਕੱਲੀ ਮਨੁੱਖ ਦੀ ਆਗਿਆਕਾਰੀ ਦੀ ਗੱਲ ਨਹੀਂ ਹੋ ਰਹੀ। ਉਸਨੇ ਜਾ ਕੇ ਜੰਗਲ ਦੇ ਵਿੱਚ ਨੂੰ ਕਿਹਾ, ਚੀਤੇ ਨੂੰ ਕਿਹਾ, ਭਾਲੂ ਨੂੰ ਕਿਹਾ, ਸਾਰੇ ਜਾਨਵਰਾਂ ਨੂੰ ਕਿਹਾ ਵੀ ਪਰਮੇਸ਼ਵਰ ਦਾ ਇਹ ਹੁਕਮ ਆ, ਬੇੜੇ 'ਚ ਆ ਜਾਓ। ਔਰ ਉਹ ਸਾਰੇ ਦੇ ਸਾਰੇ ਬੇੜੇ 'ਚ ਆ ਗਏ। ਆਗਿਆਕਾਰੀ ਨਹੀਂ ਕਵਾਂਗੇ ਅਸੀਂ ਇਸ ਨੂੰ। ਫਿਰ ਅਸੀਂ ਕੀ ਕਵਾਂਗੇ? ਡੇਵਿਡ ਨੇ ਆਗਿਆਕਾਰੀ ਨਹੀਂ ਕੀਤੀ, ਯਹੋਸ਼ੂਆ ਨੇ ਨਹੀਂ ਕੀਤੀ, ਮੋਜ਼ਸ ਨੇ ਨਹੀਂ ਕੀਤੀ ਆਗਿਆਕਾਰੀ। ਔਰ ਅਗਰ ਅਸੀਂ ਸਾਰੇ ਦੇਖਣ ਲੱਗ ਜਾਈਏ ਤਾਂ ਸ਼ਾਇਦ ਸਾਡਾ ਸਮਾਂ ਇਜਾਜ਼ਤ ਨਹੀਂ ਦੇਊਗਾ ਸਭ ਨੂੰ ਦੇਖਣ ਦੀ। ਮੈਰੀ, ਮਰੀਅਮ ਦੇ ਨਾਲ ਜਦੋਂ ਫਰਿਸ਼ਤੇ ਨੇ ਗੱਲ ਕੀਤੀ ਤਾਂ ਹਾਲਾਂਕਿ ਉਸ ਸਮੇਂ ਦੇ ਵਿੱਚ ਹਾਲਾਤ ਸੀਗੇ ਕਿ ਅਗਰ ਕੋਈ ਕੁਆਰੀ ਕੁੜੀ ਗਰਭਵਤੀ ਹੋ ਜਾਵੇ ਤੇ ਉਸਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਂਦਾ ਸੀ। ਪਰ ਉਸਨੇ ਕੀ ਕਿਹਾ ਪ੍ਰਭੂ ਨੂੰ? ਮੇਰੀ ਦਾਸੀਆਂ, ਜਿਵੇਂ ਤੁਸੀਂ ਕਿਹਾ ਵੀ ਤੁਹਾਡੀ ਇੱਛਾ ਮੇਰੀ ਜ਼ਿੰਦਗੀ 'ਚੋਂ ਪੂਰੀ। ਆਗਿਆਕਾਰੀ। ਜਦੋਂ ਅਸੀਂ ਬਾਈਬਲ ਦੇ ਵਿੱਚ ਵਿਵਸਥਾ ਸਾਰ ਡਿਊਟਰੋਨਮੀ ਉਸ ਦਾ ਚੈਪਟਰ 11 ਉਸ ਦੀ 26 ਆਇਤ ਦੇਖਦੇ ਹਾਂ ਤਾਂ ਉਸ ਦੇ ਵਿੱਚ ਲਿਖਿਆ ਕਿ ਮੈਂ ਅੱਜ ਤੁਹਾਡੇ ਅੱਗੇ ਅਸੀਸ ਅਤੇ ਸਰਾਪ ਦੋਵੇਂ ਰੱਖਦਾ ਹਾਂ। ਕੌਣ ਕਹਿ ਰਹੇ ਆ? ਪ੍ਰਭੂ ਪਰਮੇਸ਼ਵਰ ਕਹਿ ਰਹੇ ਆਪਣੇ ਲੋਕਾਂ ਨੂੰ, ਅੱਜ ਮੈਂ ਤੁਹਾਡੇ ਅੱਗੇ ਅਸੀਸ ਅਤੇ ਸਰਾਪ ਦੋਵੇਂ ਰੱਖਦਾ ਹਾਂ। ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਲਵੋ। ਤੁਸੀਂ ਅਸੀਸ ਪ੍ਰਾਪਤ ਕਰੋਗੇ ਜੇਕਰ ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਦੇ ਸਭ ਹੁਕਮਾਂ ਦੀ ਪਾਲਣਾ ਕਰੋਗੇ, ਜੋ ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ। ਜੇ ਤੁਸੀਂ ਮੇਰੇ ਸਾਰੇ ਹੁਕਮਾਂ ਦੀ ਆਗਿਆਕਾਰੀ ਕਰੋਗੇ ਤਾਂ ਕੀ ਹੋਊਗਾ ਕਿ ਤੁਸੀਂ ਅਸੀਸ ਪ੍ਰਾਪਤ ਕਰੋਗੇ। ਪਰ ਚੁਆਇਸ ਕਿਹਦੇ ਕੋਲੇ ਆ? ਤੁਹਾਡੇ ਕੋਲੇ ਆ। ਪਰਮੇਸ਼ਵਰ ਨੇ ਇਨਸਾਨ ਨੂੰ ਚੁਆਇਸ ਦਿੱਤੀ ਆ। ਪੁਤਲਾ ਨਹੀਂ ਬਣਾਇਆ, ਰੋਬੋਟ ਨਹੀਂ ਬਣਾਇਆ ਕਿ ਬਾਂਹ ਫੜ ਕੇ ਉਹਨੂੰ ਕਵੇ ਕਿ ਤੂੰ ਕਹਿ ਮੈਂ ਤੈਨੂੰ ਪਿਆਰ ਕਰਦਾ। ਉਸਨੇ ਬੰਦੇ ਨੂੰ ਮਾਈਂਡ ਦਿੱਤਾ ਚੂਜ਼ ਕਰਨ ਦੇ ਲਈ। ਅਸੀਂ ਘਰ ਦੀ ਇੱਕ ਚੀਜ਼ ਲੈਣੀ ਹੁੰਦੀ ਆ, ਸੋਫਾ ਹੀ ਲੈਣਾ ਹੁੰਦਾ, ਅਸੀਂ ਪਤਾ ਨਹੀਂ ਕਿੰਨੇ ਸਟੋਰ ਦੇਖਦੇ ਹਾਂ। ਫਿਰ ਅਸੀਂ ਆਨਲਾਈਨ ਸਟੋਰ ਦੇਖਦੇ ਹਾਂ, ਪਤਾ ਨਹੀਂ ਕਿੰਨੇ ਮਹੀਨਿਆਂ ਦੀ ਸਰਚ ਤੋਂ ਬਾਅਦ ਜਾ ਕੇ ਇੱਕ ਸੋਫਾ ਪਸੰਦ ਆਉਂਦਾ ਕਿ ਨਹੀਂ। ਜਾਂ ਹੋਰ ਵੀ ਕੋਈ ਘਰ ਦੀ ਚੀਜ਼
ਪਰ ਇਹ ਜਿਹੜੀ ਆਤਮਾ ਇਸ ਦੀ ਡੈਸਟੀਨੇਸ਼ਨ ਦੇ ਲਈ, ਆਗਿਆਕਾਰੀ ਦੇ ਲਈ ਅਸੀਂ ਕਿੰਨਾ ਹੋਮਵਰਕ ਕਰਦੇ ਹਾਂ। ਪਰਮੇਸ਼ਵਰ ਨੇ ਸਾਨੂੰ ਕਿਉਂ ਬਣਾਇਆ, ਕਿਉਂ ਸਾਨੂੰ ਬੁੱਧੀ ਦਿੱਤੀ, ਸਮਝ ਦਿੱਤੀ ਆ, ਕਿਉਂ ਸਾਨੂੰ ਕਿਹਾ ਕਿ ਤੁਹਾਡੇ ਅੱਗੇ ਮੈਂ ਦੋਨੇ ਚੀਜ਼ਾਂ ਰੱਖਦਾ, ਆਗਿਆਕਾਰੀ ਤੇ ਅਵਗਿਆਕਾਰੀ। ਤੁਸੀਂ ਦੋਨਾਂ ਦੇ ਵਿੱਚੋਂ ਜੇ ਆਗਿਆਕਾਰੀ ਚੂਜ਼ ਕਰੋਗੇ ਤਾਂ ਮੈਂ ਤੁਹਾਨੂੰ ਬਲੈਸ ਕਰੂੰਗਾ। ਅੱਜ ਅਸੀਂ 2 ਐਗਜ਼ਾਮਪਲਾਂ ਦੇਖਾਂਗੇ ਬਾਈਬਲ ਦੇ ਵਿੱਚੋਂ। ਬਾਈਬਲ ਦੇ ਵਿੱਚ ਇੱਕ ਇਨਸਾਨ ਦੀ ਜਿਹੜੀ ਗੱਲ ਲਿਖੀ ਹੋਈ ਆ ਉਹ ਹੈਗੀ ਆ 1 ਸੈਮੂਅਲ, ਉਸ ਦੇ 15 ਅਧਿਆਏ ਦੇ ਵਿੱਚ 414 ਪੇਜ ਆ। ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਕਹਾਣੀ ਲਿਖੀ ਗਈ ਆ 550 BC ਦੇ ਵਿੱਚ, ਜਿਹੜਾ ਇਜ਼ਰਾਈਲ ਦਾ ਸਭ ਤੋਂ ਪਹਿਲਾ ਰਾਜਾ ਕੌਣ ਸੀਗਾ? ਸਾਊਲ। ਸਭ ਤੋਂ ਪਹਿਲਾ ਰਾਜਾ ਸਾਊਲ। ਉਸ ਨੂੰ ਪਰਮੇਸ਼ਵਰ ਨੇ ਕੀ ਕਿਹਾ? ਸੈਮੂਅਲ ਨੇ ਸਾਊਲ ਨੂੰ ਕਿਹਾ, ਪ੍ਰਭੂ ਨੇ ਮੈਨੂੰ ਘੱਲਿਆ ਹੈ ਕਿ ਮੈਂ ਤੈਨੂੰ ਇਜ਼ਰਾਈਲ ਦੇ ਉੱਤੇ ਰਾਜਾ ਥਾਪਾਂ, ਇਸ ਲਈ ਹੁਣ ਤੂੰ ਸੁਣ। ਸਰਬ ਸ਼ਕਤੀਮਾਨ ਪਰਮੇਸ਼ਵਰ ਦਾ ਸੰਦੇਸ਼ ਤੂੰ ਹੁਣ ਧਿਆਨ ਨਾਲ ਸੁਣ। ਮੈਂ ਅਮਲੇਕੀ ਲੋਕਾਂ ਨੂੰ ਉਸਦੇ ਕੀਤੇ ਦੀ ਸਜ਼ਾ ਦੇ ਰਿਹਾ ਹਾਂ, ਕਿਉਂਕਿ ਉਸ ਵੇਲੇ ਜਦੋਂ ਇਜ਼ਰਾਈਲ ਮਿਸਰ ਤੋਂ ਨਿਕਲ ਕੇ ਆਏ ਸਨ ਤਾਂ ਰਾਹ ਵਿੱਚ ਅਮਾਲੇਕੀਆਂ ਨੇ ਉਹਨਾਂ ਦਾ ਵਿਦਰੋਹ ਕੀਤਾ ਸੀ। ਇਸ ਲਈ ਤੂੰ ਜਾ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇ। ਤੂੰ ਉਹਨਾਂ ਦੇ ਆਦਮੀ, ਔਰਤਾਂ, ਬੱਚੇ, ਇੱਥੋਂ ਤੱਕ ਕਿ ਦੁੱਧ ਚੁੰਘਦੇ ਵੀ ਬੱਚੇ ਵੀ, ਉਹਨਾਂ ਦੇ ਜਾਨਵਰ, ਭੇਡਾਂ, ਊਠਾਂ, ਗਧਿਆਂ ਸਮੇਤ ਕਤਲ ਕਰ ਦੇ। ਫਿਰ ਅੱਗੇ ਲਿਖਿਆ ਗਿਆ ਕਿ ਸਾਊਲ ਦੇ ਕੋਲ ਕਿੰਨੀ ਜ਼ਿਆਦਾ ਫੌਜ ਸੀਗੀ। ਫਿਰ ਉਹਨਾਂ ਨੇ ਜਿਹੜੇ ਉੱਥੇ ਕੇਨੀ ਲੋਕ ਰਹਿ ਰਹੇ ਸੀ ਉਹਨਾਂ ਨੂੰ ਸੰਦੇਸ਼ ਘੱਲਿਆ ਕਿ ਅਸੀਂ ਅਮਲੇਕੀਆਂ ਨੂੰ ਖਤਮ ਕਰਨ ਆ ਰਹੇ ਹਾਂ, ਤੁਸੀਂ ਉੱਥੋਂ ਚਲੇ ਜਾਓ। ਸੋ ਅੱਗੇ ਜਾ ਕੇ ਲਿਖਿਆ ਕਿ ਅਮਲੇਕੀਆਂ ਨੂੰ ਜਦੋਂ ਕੇਨੀਆਂ ਨੂੰ ਪਤਾ ਲੱਗਾ ਤਾਂ ਸਾਰੇ ਉੱਥੋਂ ਚਲੇ ਗਏ। ਕੀ ਕੀਤੀ ਉਹਨਾਂ ਨੇ? ਆਗਿਆਕਾਰੀ ਕੀਤੀ। ਉਹਨਾਂ ਨੇ ਗੱਲ ਸੁਣੀ। ਕੇਨੀ ਲੋਕ ਅਮਾਲੀਆਂ ਵਿੱਚੋਂ ਬਾਹਰ ਚਲੇ ਗਏ। ਤਦ ਸਾਊਲ ਨੇ ਅਮਾਲੇਕੀਆਂ ਨੂੰ ਹਵੀਲਾ ਤੋਂ ਲੈ ਕੇ ਸੂਰ ਦੇ ਰਾਹ ਤੱਕ ਪਿੱਛਾ ਕਰਕੇ ਮਾਰਿਆ। ਉਸਨੇ ਅਮਲੇਕੀ ਰਾਜਾ ਅਗਾਗ ਨੂੰ ਜਿਉਂਦਾ ਫੜ ਲਿਆ, ਪਰ ਉਸਦੇ ਸਭ ਲੋਕਾਂ ਨੂੰ ਕਤਲ ਕਰ ਦਿੱਤਾ। ਸਾਊਲ ਅਤੇ ਉਸਦੇ ਲੋਕਾਂ ਨੇ ਅਗਾਗ ਅਤੇ ਅਮਾਲੇਕੀਆਂ ਚੰਗੀਆਂ ਸਾਰੇ ਜਣੇ ਕਹੋ, ਚੰਗੀਆਂ ਭੇਡਾਂ, ਬਲਦਾਂ, ਵੱਛਿਆਂ, ਲੇਲਿਆਂ, ਬੱਚਿਆਂ ਨੂੰ ਬਚਾ ਕੇ ਪਿੱਛੇ ਰੱਖ ਲਿਆ ਅਤੇ ਉਹਨਾਂ ਦੀਆਂ ਸਭ ਮਾੜੀਆਂ ਚੀਜ਼ਾਂ ਅਤੇ ਜਾਨਵਰਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ। ਫਿਰ ਕੀ ਹੋਇਆ? ਪ੍ਰਭੂ ਦਾ ਸੰਦੇਸ਼ ਸੈਮੂਅਲ ਨੂੰ ਇਸ ਤਰ੍ਹਾਂ ਮਿਲਿਆ, ਮੈਨੂੰ ਅਫਸੋਸ ਹੈ। ਪਤਾ ਲੱਗਾ ਨਾ ਉਹਨੇ ਕੀ ਕੀਤਾ? ਕੀ ਕੀਤਾ ਉਹਨੇ? ਆਗਿਆਕਾਰੀ ਕੀਤੀ ਆ। ਪ੍ਰਭੂ ਨੇ ਕਿਹਦੇ ਨਾਲ ਗੱਲ ਕੀਤੀ? ਫਿਰ ਨਬੀ ਦੇ ਨਾਲ ਗੱਲ ਕੀਤੀ। ਪਰਮਾਤਮਾ ਨੇ ਸੈਮੂਅਲ ਨਾਲ ਗੱਲ ਕੀਤੀ। ਉਹਨੂੰ ਕਿਹਾ, ਮੈਨੂੰ ਅਫਸੋਸ ਹੈ ਕਿ ਮੈਂ ਉਹਨੂੰ ਰਾਜਾ ਬਣਾਇਆ, ਕਿਉਂਕਿ ਉਸਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਮੇਰੀ ਆਗਿਆਵਾਂ ਦੀ ਪਾਲਣਾ ਨਹੀਂ ਕੀਤੀ ਹੈ। ਸੈਮੂਅਲ ਸਾਰੀ ਰਾਤ ਕ੍ਰੋਧ ਦੇ ਵਿੱਚ ਪ੍ਰਭੂ ਸਾਹਮਣੇ ਪ੍ਰਾਰਥਨਾ ਕਰਦਾ ਰਿਹਾ। ਇੰਗਲਿਸ਼ ਬਾਈਬਲ 'ਚ ਲਿਖਿਆ, ਹੀ ਕ੍ਰਾਈਡ ਆਊਟ ਆਲ ਨਾਈਟ in front of God. He cried out. ਉਹ ਸਾਰੀ ਰਾਤ ਰੋਂਦਾ ਰਿਹਾ। ਪਰਮੇਸ਼ਵਰ ਦਾ ਦਾਸ, ਪ੍ਰਭੂ ਦਾ ਦਿਲ ਇੰਨਾ ਟੁੱਟਿਆ ਕਿ ਉਹਦੇ ਦਾਸ ਦਾ ਵੀ ਦਿਲ ਉਹਦੇ ਨਾਲ ਟੁੱਟਿਆ। ਤਦ ਪਰਮੇਸ਼ਵਰ ਦਾ ਨਬੀ ਸੈਮੂਅਲ ਸਵੇਰੇ ਉੱਠ ਕੇ ਸਾਊਲ ਨੂੰ ਮਿਲਣ ਗਿਆ, ਪਰ ਉਸ ਨੂੰ ਪਤਾ ਲੱਗਾ ਕਿ ਉਹ ਕਰਮਲ ਨਗਰ ਨੂੰ ਆਪਣੇ ਲਈ ਇੱਕ ਯਾਦਗਾਰ ਬਣਾਉਣ ਗਿਆ ਹੈ। ਰਾਜਾ ਸਾਊਲ ਕੀ ਕਰਨ ਚਲਾ ਗਿਆ? ਆਪਣੇ ਲਈ ਯਾਦਗਾਰ ਬਣਾਉਣ ਤੁਰ ਗਿਆ। ਇਸ ਲਈ ਸੈਮੂਅਲ ਉੱਥੇ ਮੁੜ ਕੇ ਗਿਲਗਾਲ ਨੂੰ ਚਲਾ ਗਿਆ। ਫਿਰ ਜਦੋਂ ਸੈਮੂਅਲ ਸਾਊਲ ਕੋਲ ਗਿਆ ਤਾਂ ਸਾਊਲ ਨੇ ਉਸ ਦਾ ਸਵਾਗਤ ਇਹ ਕਹਿ ਕੇ ਕੀਤਾ,
ਪ੍ਰਭੂ ਤੈਨੂੰ ਸੀਸ ਦੇਵੇ, ਮੈਂ ਪ੍ਰਭੂ ਦੀ ਆਗਿਆ ਪੂਰੀ ਕਰ ਦਿੱਤੀ ਹੈ। ਸੈਮੂਅਲ ਨੇ ਕਿਹਾ, ਫਿਰ ਮੈਂ ਭੇਡਾਂ ਦੀ ਮੈਂ ਤੇ ਬਲਦਾਂ ਦਾ ਅੜਾਉਣਾ ਕਿਉਂ ਸੁਣ ਰਿਹਾ ਹਾਂ? ਸਾਊਲ ਨੇ ਉੱਤਰ ਦਿੱਤਾ, ਮੇਰੇ ਆਦਮੀਆਂ ਨੇ ਚੰਗੀਆਂ ਚੰਗੀਆਂ ਭੇਡਾਂ ਤੇ ਬਲਦ ਅਮਾਲੇਕੀਆਂ ਕੋਲੋਂ ਪ੍ਰਭੂ ਤੇਰੇ ਪਰਮੇਸ਼ਵਰ ਦੇ ਸਾਹਮਣੇ ਬੜੀ ਚੜਾਉਣ ਲਈ ਲਿਆਏ ਹਨ, ਪਰ ਬਾਕੀ ਅਸੀਂ ਉੱਥੇ ਹੀ ਨਾਸ਼ ਕਰ ਦਿੱਤਾ। ਤੇਰੇ ਪਰਮੇਸ਼ਵਰ ਦੇ ਸਾਹਮਣੇ ਬਲੀਆਂ ਚੜਾਉਣ ਦੇ ਲਈ ਅਸੀਂ ਲੈ ਕੇ ਆਏ। ਸੈਮੂਅਲ ਨੇ ਤੁਰੰਤ ਕਿਹਾ, ਚੁੱਪ ਰਹਿ, ਮੈਂ ਤੈਨੂੰ ਦੱਸਦਾ ਹਾਂ ਕਿ ਪ੍ਰਭੂ ਨੇ ਅੱਜ ਰਾਤ ਮੇਰੇ ਉੱਤੇ ਕੀ ਪ੍ਰਗਟ ਕੀਤਾ ਹੈ। ਸਾਊਲ ਬੋਲਿਆ, ਦੱਸ। ਸੈਮੂਅਲ ਨੇ ਕਿਹਾ, ਬੇਸ਼ੱਕ ਤੂੰ ਆਪਣੇ ਆਪ ਵਿੱਚ ਕੁਝ ਵੀ ਨਹੀਂ ਸੀ, ਪਰ ਫਿਰ ਵੀ ਤੂੰ ਪੂਰੀ ਇਜ਼ਰਾਈਲ ਕੌਮ ਦਾ ਸ਼ਾਸਕ ਹੈ। ਪ੍ਰਭੂ ਨੇ ਤੇਰਾ ਇਜ਼ਰਾਈਲ ਦਾ ਰਾਜਾ ਹੋਣਾ ਰੱਦ ਦਿੱਤਾ ਹੈ। ਪ੍ਰਭੂ ਨੇ ਰਾਜਾ ਦੇ ਤੌਰ ਤੇ ਤੇਰਾ ਅਭਿਸ਼ੇਕ ਕੀਤਾ। ਉਸਨੇ ਤੈਨੂੰ ਦੱਸਿਆ ਸੀ ਕਿ ਤੂੰ ਪਾਪੀ ਅਮਲੇਕੀਆਂ ਨੂੰ ਨਾਸ਼ ਕਰ, ਪਰ ਤੂੰ ਉਸਦੀ ਆਗਿਆ ਸੀ ਕਿ ਤੂੰ ਅੰਤ ਤੱਕ ਲੜ ਅਤੇ ਉਹਨਾਂ ਸਭ ਦਾ ਨਾਸ਼ ਕਰੇ। ਫਿਰ ਤੂੰ ਉਸਦੀ ਇਹ ਆਗਿਆ ਕਿਉਂ ਨਹੀਂ ਮੰਨੀ? ਤੂੰ ਕਿਉਂ ਲੁੱਟ ਦਾ ਮਾਲ ਆਪਣੇ ਲਈ ਰੱਖਿਆ ਹੈ ਅਤੇ ਉਸ ਨੂੰ ਕ੍ਰੋਧਿਤ ਕੀਤਾ ਹੈ? ਸਾਊਲ ਨੇ ਉੱਤਰ ਦਿੱਤਾ, ਮੈਂ ਤਾਂ ਪ੍ਰਭੂ ਦੀ ਆਗਿਆ ਮੰਨੀ ਹੈ। ਮੈਂ ਉਸ ਦੀ ਆਗਿਆ ਅਨੁਸਾਰ ਗਿਆ ਤੇ ਅਮਲਾਕੀਆਂ ਨੂੰ ਹਰਾ ਕੇ ਨਾਸ਼ ਕਰ ਦਿੱਤਾ ਅਤੇ ਉਹਨਾਂ ਦੇ ਰਾਜਾ ਅਗਾਗ ਨੂੰ ਵੀ ਖਤਮ ਕਰ ਦਿੱਤਾ। ਪਰ ਮੇਰੇ ਆਦਮੀਆਂ ਨੇ ਚੰਗੀਆਂ ਚੰਗੀਆਂ ਭੇਡਾਂ ਬਲਦ ਬਚਾ ਕੇ ਇੱਥੇ ਗਿਲਗਾਲ ਵਿੱਚ ਲਿਆ ਕੇ ਪ੍ਰਭੂ ਤੇਰੇ ਪਰਮੇਸ਼ਵਰ ਦੇ ਸਾਹਮਣੇ ਬਲੀ ਚੜਾਉਣ ਦੇ ਲਈ ਲਿਆਂਦਾ। ਫਿਰ ਉਹੀ ਗੱਲ, ਸੈਮੂਅਲ ਨੇ ਉਸ ਨੂੰ ਕਿਹਾ, ਕੀ ਪ੍ਰਭੂ ਦੀ ਆਗਿਆ ਮੰਨੇ ਜਾਣ ਦੀ ਥਾਂ ਕੀ ਪ੍ਰਭੂ ਦੀ ਆਗਿਆ ਮੰਨੇ ਜਾਣ ਦੀ ਥਾਂ ਭੇਡਾਂ ਤੇ ਬਲੀਆਂ ਤੋਂ ਖੁਸ਼ ਹੁੰਦਾ ਹੈ? ਕੀ ਪ੍ਰਭੂ ਆਪਣੀ ਆਗਿਆ ਮੰਨੇ ਜਾਣ ਦੀ ਥਾਂ ਭੇਡਾਂ ਤੇ ਬਲੀਆਂ ਤੋਂ ਖੁਸ਼ ਹੁੰਦਾ ਹੈ? ਹਾਂ, ਉਸ ਦੀ ਆਗਿਆ ਮੰਨਣਾ ਬਲੀਆਂ ਤੋਂ ਕਿਤੇ ਚੰਗਾ ਹੈ ਅਤੇ ਛਤਰਿਆਂ ਦੀ ਚਰਬੀ ਨਾਲੋਂ ਉਸ ਦੀ ਸੁਣਨਾ ਚੰਗਾ ਹੈ। ਪ੍ਰਭੂ ਦੀ ਅਵਗਿਆਕਾਰੀ ਜਾਦੂ ਟੂਣੇ ਦੇ ਬਰਾਬਰ ਹੈ ਅਤੇ ਜਿੱਦੀਪੁਣਾ ਅਤੇ ਵਿਭਚਾਰ ਮੂਰਤੀ ਪੂਜਾ ਦੇ ਬਰਾਬਰ ਹੈ। ਤੂੰ ਪ੍ਰਭੂ ਦੇ ਵਚਨ ਨੂੰ ਰੱਦਿਆ ਹੈ, ਇਸ ਲਈ ਉਹ ਵੀ ਤੇਰਾ ਰਾਜਾ ਹੋਣਾ ਰੱਦਦਾ ਹੈ। clear picture of disobedience। ਅਵਗਿਆਕਾਰੀ ਦੀ ਬੈਸਟ ਤੋਂ ਬੈਸਟ ਉਦਾਹਰਣ ਅੱਜ ਸਾਨੂੰ ਪ੍ਰਭੂ ਇਹ ਨਹੀਂ ਕਹਿ ਰਿਹਾ ਕਿ ਅਸੀਂ ਸਾਊਲ ਵੱਲ ਉਂਗਲ ਕਰਕੇ ਉਹਦੇ ਵੱਲ ਦੇਖੀਏ ਕਿ ਤੂੰ ਬੁਰਾ ਵਾਂ, ਤੂੰ ਆਹ ਕੀਤਾ, ਤੂੰ ਆਹ ਕੀਤਾ, ਤੂੰ ਆਹ ਕੀਤਾ। ਪ੍ਰਭੂ ਕਹਿੰਦਾ, ਇੱਥੇ ਦੇਖੋ, ਜਦੋਂ ਵੀ ਤੁਸੀਂ ਮੇਰੀ ਅਵਗਿਆਕਾਰੀ ਕੀਤੀ ਉਦੋਂ ਕੀ ਕੀਤਾ? ਜਾਦੂ ਟੂਣਾ। ਜਦੋਂ ਵੀ ਤੁਸੀਂ ਆਪਣੇ ਮਨ 'ਚ ਜਿੱਦੀਪੁਣਾ ਕੀਤਾ ਉਦੋਂ ਕੀ ਕੀਤਾ? ਮੂਰਤੀ ਪੂਜਾ ਦੇ ਬਰਾਬਰ। ਅੱਜ ਅਗਰ ਚਰਚ ਅਸੀਂ ਕਹਿੰਦੇ ਕਿ ਅਸੀਂ ਜਿਉਂਦੇ ਪਰਮੇਸ਼ਰ ਨੂੰ ਮੰਨਦੇ ਹਾਂ, ਪਰ ਅਸੀਂ ਕਿਸੇ ਵੀ ਹੁਕਮ ਦੀ ਅਵਗਿਆਕਾਰੀ ਕਰਦੇ ਹਾਂ ਤਾਂ ਉਹ ਮੂਰਤੀ ਪੂਜਾ ਤੇ ਜਾਦੂ ਟੂਣੇ ਦੇ ਬਿਲਕੁਲ ਬਰਾਬਰ ਆ। ਬੜੀ ਉਦਾਸ ਕਰਨ ਵਾਲੀ ਇਹ ਉਦਾਹਰਣ ਜਿਹੜੀ ਮੈਂ ਦੇਖੀ ਸੀ ਔਰ ਜਿਹੜੀ ਮੈਂ ਪੜ੍ਹੀ ਸੀ, ਜਦੋਂ ਮੈਂ ਦੁਆਰ ਤੋਂ ਪੜ੍ਹੀ, ਹਰ ਵਾਰੀ ਜਦੋਂ ਮੈਂ ਇਹਨੂੰ ਪੜ੍ਹਦੀ ਹਾਂ ਤੇ ਤਾਜ਼ਾ ਹੋ ਕੇ ਮੈਨੂੰ ਗਾਈਡ ਕਰਦੀ ਆ। ਪਰ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਇਸ ਫੀਲਿੰਗ ਦੇ ਨਾਲ ਘਰੇ ਜਾਓ। ਮੈਂ ਚਾਹੁੰਦੀ ਹਾਂ ਕਿ ਅੱਜ ਦਾ ਸਾਡਾ ਮੈਸੇਜ ਕੀ ਆ? ਵਾਓ,
ਆਗਿਆਕਾਰੀ ਦੀ ਅਸੀਂ ਇੱਕ ਐਗਜ਼ਾਮਪਲ ਦੇਖਾਂਗੇ ਤੇ ਸਾਡੇ ਸਾਰਿਆਂ ਦੇ ਚਿਹਰੇ ਸਾਊਲ ਦੀ ਗੱਲ ਸੁਣ ਕੇ ਤੇ ਪਰਮੇਸ਼ਵਰ ਦੀਆਂ ਗੱਲਾਂ ਸੁਣ ਕੇ ਇਸ ਵੇਲੇ ਦੱਬ ਗਏ, ਉਦਾਸ ਹੋ ਗਏ ਕਿ ਪਰਮੇਸ਼ਵਰ ਤੂੰ ਭਲਾ ਕਰਕੇ ਅੱਜ ਅਸੀਂ ਇੱਥੇ ਬੈਠੇ ਹਾਂ, ਨਹੀਂ ਤਾਂ ਅਸੀਂ ਵੀ ਨਹੀਂ ਸੀ ਬੈਠੇ ਹੋ ਸਕਦੇ। ਹਾਲੇਲੂਇਆ। ਹੁਣ ਅਸੀਂ ਖੁਸ਼ ਹੋਣ ਵਾਲੀ ਇੱਕ ਉਦਾਹਰਨ ਦੇਖਾਂਗੇ, ਉਹ ਹੈਗੀ ਆਗਿਆਕਾਰੀ ਦੀ। ਜਦੋਂ ਅਸੀਂ ਇਹ ਉਦਾਹਰਨ ਦੇਖੀ ਸੀਗੀ ਤੇ ਅਸੀਂ ਨਾਲ ਹੀ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਇੱਕ ਆਗਿਆਕਾਰੀ ਦੇ ਬਾਰੇ 'ਚ ਵੀ ਜੋ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਸੀ ਉਹਨੂੰ ਵੀ ਦੇਖ ਸਕਦੇ ਹਾਂ ਕਿ ਸਾਊਲ ਨੇ ਕੰਪਲੀਟਲੀ ਨਹੀਂ ਸੀ ਓਬੇ ਕੀਤਾ, ਹਾਫ ਹਾਰਟਡਲੀ। ਜਿਹੜੀ ਅੱਧੀ ਅਵਗਿਆਕਾਰੀ ਆ ਉਹ ਪੂਰੀ ਅਵਗਿਆਕਾਰੀ ਦੇ ਬਰਾਬਰ ਹੀ ਆ, ਠੀਕ ਆ ਨਾ। ਫਿਰ ਅਸੀਂ ਕੀ ਦੇਖਦੇ ਪਏ ਸੀ ਕਿ ਉਹ ਆਪਦੇ ਲਈ ਯਾਦਗਾਰ ਬਣਾਉਣ ਗਿਆ ਵਿਆ, ਪ੍ਰਾਈਡ ਨਾਲ ਭਰਿਆ ਹੋਇਆ ਸੀਗਾ। ਫਿਰ ਅਸੀਂ ਉਸ ਤੋਂ ਬਾਅਦ ਕੀ ਦੇਖਦੇ ਪਏ ਕਿ ਉਹ ਸਭ ਕੁਝ ਉਹਨੇ ਕੀਤਾ ਪਰ ਉਹ ਮੰਨ ਹੀ ਨਹੀਂ ਰਿਹਾ, ਰੈਸ਼ਨਲਾਈਜ਼ ਕਰ ਰਿਹਾ, ਆਪਣੇ ਆਪ ਨੂੰ ਧੋਖਾ ਦੇ ਰਿਹਾ। ਪੰਜਾਬੀ 'ਚ ਪਤਾ ਇਹਨੂੰ ਕੀ ਕਹਿੰਦੇ ਆ? ਚੋਰੀ ਤੇ ਸੀਨਾ ਚੋਰੀ। ਨਾਲੇ ਤਾਂ ਉਹਨੇ ਚੋਰੀ ਕੀਤੀ, ਨਾਲੇ ਉੱਪਰੋਂ ਆਪਣੇ ਆਪ ਨੂੰ ਵੀ ਧੋਖਾ ਦੇ ਰਿਹਾ, ਪ੍ਰਭੂ ਨੂੰ ਵੀ ਦਿਆ। ਪਰ ਅਸੀਂ ਦੂਸਰੇ ਪਾਸੇ ਹੋਰ ਇੱਕ ਉਦਾਹਰਨ ਦੇਖਾਂਗੇ, ਔਰ ਇਸ ਦੇ ਨਾਲ ਹੀ ਜਦੋਂ ਅਸੀਂ ਦੇਖਾਂਗੇ ਕਿ ਇੱਕ ਹੋਰ ਉਦਾਹਰਨ ਆ ਜਿਹੜੀ ਸਾਨੂੰ ਉਤਪਤ ਦੀ ਕਿਤਾਬ ਦੇ ਵਿੱਚੋਂ, ਉਸਦੇ ਜੈਨੇਸਿਸ ਦੀ ਕਿਤਾਬ ਦੇ ਵਿੱਚੋਂ, ਉਸਦੇ 39ਵੇਂ ਅਧਿਆਏ ਦੇ ਵਿੱਚ, ਜੈਨੇਸਿਸ ਚੈਪਟਰ 39, ਉਸ ਦੇ ਵਿੱਚ ਅਸੀਂ ਦੇਖਾਂਗੇ ਯੂਸਫ ਦੀ ਕਹਾਣੀ। ਉੱਦਾਂ ਸਾਨੂੰ ਸਾਰਿਆਂ ਨੂੰ ਪਤਾ ਉਸ ਕਹਾਣੀ ਦਾ, ਪਰ ਜਦੋਂ ਅਸੀਂ ਵਚਨ ਨੂੰ ਲਾਈਨ ਦੇ ਨਾਲ, ਪਰਮੇਸ਼ਵਰ ਦੇ ਵਚਨ ਦੀ ਡਿਟੇਲ ਦੇ ਨਾਲ ਪੜ੍ਹਦੇ ਹਾਂ ਤਾਂ ਹੋਰ ਹੀ ਗੱਲ ਬਣਦੀ ਆ। ਇਹਦੇ ਵਿੱਚ ਲਿਖਿਆ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਯੂਸਫ ਨਾਲ ਕੀ ਹੋਇਆ, ਉਹਦੇ ਭਰਾਵਾਂ ਨੇ ਕੀ ਕੀਤਾ ਉਹਦੇ ਨਾਲ। ਸ਼ਾਇਦ ਮੇਰੇ ਭਰਾ ਮੁਕੇਸ਼ ਨੂੰ ਨਹੀਂ ਪਤਾ, ਪਰ ਤੁਸੀਂ ਸਾਡੇ ਘਰੇ ਆ ਰਹੇ ਹੋ, ਮੈਂ ਪੂਰੀ ਸਟੋਰੀ ਸੁਣਾਉਂਗੀ ਤੁਹਾਨੂੰ। ਸੋ ਇਸਮਾਈਲੀ ਜਿਹੜੇ ਸੀਗੇ ਉਹ ਯੂਸਫ ਨੂੰ ਮਿਸਰ ਦੇ ਵਿੱਚ ਲੈ ਗਏ। ਉੱਥੇ ਉਹਨਾਂ ਨੂੰ ਇੱਕ ਪੋਟੀਫਰ ਨਾਂ ਦੇ ਮਿਸਰੀ ਨੇ ਉਹਨਾਂ ਕੋਲੋਂ ਖਰੀਦ ਲਿਆ। ਪੋਟੀਫਰ ਮਿਸਰ ਦੇ ਰਾਜਾ ਫਰਾਉਨ ਦਾ ਇੱਕ ਉੱਚਾ ਅਫਸਰ ਸੀ। ਉਸਦੇ ਹੱਥਾਂ ਵਿੱਚ ਰਾਜ ਦਾ ਸਾਰਾ ਪ੍ਰਬੰਧ ਸੀ। ਕੀ ਕਹਿ ਸਕਦੇ, ਜਿਹੜੇ ਰਾਜੇ ਤੋਂ ਥੱਲੇ ਹੁੰਦੇ ਉਹਨੂੰ ਕੀ ਕਹਿੰਦੇ ਆ? CM। ਉਹ ਚੀਫ ਮਿਨਿਸਟਰ ਸੀਗਾ। ਉਸਨੇ ਕੀ ਕੀਤਾ? ਇਸ ਨੂੰ, ਯੂਸਫ ਨੂੰ ਕੀ ਕੀਤਾ? ਖਰੀਦ ਲਿਆ, ਆਪਣੇ ਘਰ ਦੇ ਲਈ ਖਰੀਦ ਲਿਆ ਉਸਨੇ। ਯੂਸਫ ਦੇ ਨਾਲ ਪ੍ਰਭੂ ਪਰਮੇਸ਼ਵਰ ਸੀ, ਇਸ ਲਈ ਇਹ ਸਭ ਕੁਝ ਉਸਦੇ ਭਲੇ ਦੇ ਲਈ ਹੋ ਰਿਹਾ ਸੀ। ਉਸਨੇ ਪੋਟੀਫਰ ਆਪਣੇ ਮਾਲਕ ਦੇ ਘਰ ਰਹਿਣਾ ਸ਼ੁਰੂ ਕੀਤਾ। ਉਸਦੇ ਮਾਲਕ ਨੇ ਦੇਖਿਆ ਕਿ ਯੂਸਫ ਦੇ ਸੰਗ ਪ੍ਰਭੂ ਹੈ, ਕਿਉਂਕਿ ਉਸਦਾ ਹਰ ਕੰਮ ਸਫਲ ਹੁੰਦਾ ਸੀ। ਉਹ ਵੀ ਪ੍ਰਭੂ ਦਾ ਬੰਦਾ ਸੀ, ਇਹ ਵੀ ਪ੍ਰਭੂ ਦਾ ਬੰਦਾ। ਇਸ ਤੋਂ ਅਤੇ ਯੂਸਫ ਦੀ ਸੇਵਾ ਨੂੰ ਦੇਖ ਕੇ ਪੋਟੀਫਰ ਉਸ ਨਾਲ ਬਹੁਤ ਖੁਸ਼ ਹੋਇਆ। ਇਸੇ ਖੁਸ਼ੀ ਵਿੱਚ ਉਸਨੇ ਯੂਸਫ ਦੇ ਹੱਥਾਂ ਵਿੱਚ ਆਪਣੇ ਸਾਰੇ ਘਰ ਦਾ ਕਾਰੋਬਾਰ ਦੇ ਦਿੱਤਾ। ਉਸ ਸਮੇਂ ਤੋਂ ਲੈ ਕੇ ਪਰਮੇਸ਼ਵਰ ਵੀ ਇਸ ਮਿਸਰੀ ਪੋਟੀਫਰ ਦੇ ਘਰ ਨੂੰ ਯੂਸਫ ਦੇ ਕਾਰਨ ਬਹੁਤ ਬਰਕਤ ਦਿੱਤੀ। ਉਹਨੇ ਪਰਮੇਸ਼ਵਰ ਦੀ ਆਗਿਆਕਾਰੀ ਕੀਤੀ, ਪਰਮੇਸ਼ਵਰ ਨੇ ਉਹਨੂੰ ਕੀ ਕੀਤਾ? ਬਰਕਤ ਦਿੱਤੀ। ਤੇ ਜਿਹੜਾ CM ਸੀ ਉਸਨੇ ਇਕਨੋਲੇਜ ਕੀਤਾ, ਕੀ ਕੀਤਾ? ਕਿ ਇਹਦੇ ਨਾਲ ਕੌਣ ਆ? ਇਹਦੇ ਨਾਲ ਪ੍ਰਭੂ ਆ, ਇਹਦੇ ਨਾਲ ਪਰਮੇਸ਼ਵਰ ਆ। ਪੋਟੀਫਰ ਨੇ ਸਿਵਾਏ ਆਪਣੇ ਖਾਨ ਦੇ ਆਪਣੇ ਘਰ ਦੀ ਹਰ ਚੀਜ਼ ਅਤੇ ਕੰਮ ਯੂਸਫ ਨੂੰ ਸੌਂਪ ਦਿੱਤਾ। ਯੂਸਫ ਦੇਖਣ ਵਿੱਚ ਬਹੁਤ ਸੁੰਦਰ ਸੀ, ਇਸ ਲਈ ਕੁਝ ਸਮੇਂ ਦੇ ਪਿੱਛੋਂ ਪੋਟੀਫਰ ਦੀ ਪਤਨੀ ਨੇ ਯੂਸਫ ਨੂੰ ਭੈੜੀ ਨਜ਼ਰ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਉਸਨੇ ਯੂਸਫ ਨੂੰ ਕਿਹਾ, ਤੂੰ ਮੇਰੇ ਨਾਲ ਆ ਕੇ ਸੰਗ ਕਰ। ਪਰ ਯੂਸਫ ਨੇ ਨਾ ਕਰਦਿਆਂ ਹੋਇਆ ਕਿਹਾ, ਮੇਰੇ ਮਾਲਕ ਨੂੰ ਮੇਰੇ ਉੱਤੇ ਪੂਰਨ ਭਰੋਸਾ ਹੈ, ਇਸ ਲਈ ਉਸਨੇ ਆਪਣਾ ਸਭ ਕੁਝ ਮੇਰੇ ਹਵਾਲੇ ਕਰ ਦਿੱਤਾ ਹੈ। ਅਤੇ ਅੱਜ ਇਸ ਘਰ ਵਿੱਚ
ਸਭ ਚੀਜ਼ਾਂ ਤੇ ਮੇਰਾ ਅਧਿਕਾਰ ਹੈ, ਪਰ ਫਿਰ ਵੀ ਮੇਰਾ ਤੁਹਾਡੇ ਉੱਤੇ ਅਰਥਾਤ ਉਹਨਾਂ ਦੀ ਪਤਨੀ ਦੇ ਉੱਤੇ ਕੋਈ ਅਧਿਕਾਰ ਨਹੀਂ ਹੈ। ਮੈਂ ਆਪਣੇ ਮਾਲਕ ਦੇ ਨਾਲ ਇਹ ਵਿਸ਼ਵਾਸਘਾਤ ਕਿਸ ਤਰ੍ਹਾਂ ਕਰਾਂ? ਮੈਂ ਆਪਣੇ ਮਾਲਕ ਦੇ ਨਾਲ ਇਹ ਵਿਸ਼ਵਾਸਘਾਤ ਕਿਸ ਤਰ੍ਹਾਂ ਕਰਾਂ? ਇਹ ਤਾਂ ਪਰਮੇਸ਼ਵਰ ਦੇ ਵਿਰੁੱਧ ਵੀ ਪਾਪ ਹੋਵੇਗਾ। ਆਪਾਂ ਕੀ ਦੇਖਿਆ ਸੀ? ਆਗਿਆਕਾਰੀ। ਯੂਸਫ ਨੂੰ ਕੱਲਾ ਇਹ ਨਹੀਂ ਲੱਗਦਾ ਕਿ ਪ੍ਰਭੂ ਉਹਦੇ ਨਾਲ ਆ, ਉਸ ਨੂੰ ਫੀਲ ਆ, ਉਹਦੀ ਪ੍ਰੈਜ਼ੈਂਸ ਉਹਨੂੰ ਫੀਲ ਹੁੰਦੀ ਆ ਕਿ ਪ੍ਰਭੂ ਮੇਰੇ ਨਾਲ ਨਾਲ ਆ। ਜਦੋਂ ਤੁਹਾਡੇ ਨਾਲ ਨਾਲ ਕੋਈ ਤੁਰਿਆ ਜਾਂਦਾ ਹੁੰਦਾ ਨਾ, ਉਦੋਂ ਤੁਸੀਂ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਕਰਦੇ ਜਿਹੜੀ ਉਸ ਬੰਦੇ ਨੂੰ ਪਸੰਦ ਨਾ ਹੋਵੇ। ਸੋ ਇੱਥੇ ਕੀ ਅਸੀਂ ਅੱਗੇ ਜਾ ਕੇ ਦੇਖਦੇ ਹਾਂ, ਪਰ ਉਸਨੇ ਯੂਸਫ ਨੂੰ ਇਸ ਕੰਮ ਦੇ ਲਈ ਬਹੁਤ ਵਾਰੀ ਜ਼ੋਰ ਲਾਇਆ, ਪਰ ਯੂਸਫ ਨੇ ਹਰ ਵਾਰੀ ਇਨਕਾਰ ਕੀਤਾ। ਫਿਰ ਕੀ ਹੋਇਆ ਕਿ ਉਸਨੇ ਇੱਕ ਦਿਨ ਉਹਦੇ ਨਾਲ ਜ਼ਬਰਦਸਤੀ ਕੀਤੀ। ਯੂਸਫ ਉਹ ਤੋਂ ਭੱਜ ਗਿਆ, ਆਪਣੀ ਇੱਜ਼ਤ ਬਚਾ ਕੇ, ਆਪਣੀ ਚਾਦਰ ਬਚਾ ਕੇ। ਉਸਦੀ ਪਤਨੀ ਨੇ ਕੀ ਕੀਤਾ? ਰੌਲਾ ਪਾਤਾ। ਕੀ ਕਿਹਾ? ਇਹ ਬੰਦਾ ਮੈਨੂੰ ਕੀ ਕਰਨ ਲੱਗਾ ਸੀਗਾ? ਰੇਪ ਕਰਨ ਲੱਗਾ ਸੀ। ਉਹਦੇ ਹਸਬੈਂਡ ਨੇ ਕੀ ਕੀਤਾ? ਉਹਨੂੰ ਫੜਿਆ ਤੇ ਉਹਨੂੰ ਜੇਲ੍ਹ ਦੇ ਵਿੱਚ ਸਿੱਟਤਾ। ਭੈਣੋ ਤੇ ਭਰਾਵੋ, ਜੇ ਉਹਦੀ ਪਤਨੀ ਨੂੰ ਇਹ ਪਤਾ ਹੁੰਦਾ, ਜੇ ਉਹਦੀ ਪਤਨੀ ਨੂੰ ਅੰਦਾਜ਼ਾ ਹੁੰਦਾ ਕਿ ਮੇਰੀ ਇਹ ਸਟੋਰੀ ਸਾਰੇ ਵਰਲਡ ਨੇ ਪੜ੍ਹਨੀ ਆ, ਕੀ ਉਹਨੇ ਇਹ ਕਰਨਾ ਸੀ? ਜੇ ਉਹਨੂੰ ਪਤਾ ਹੁੰਦਾ ਕਿ ਪਰਮੇਸ਼ਰ ਮੇਰੇ ਨਾਲ ਨਾਲ ਆ, ਕੀ ਉਹਨੇ ਇਹ ਕਰਨਾ ਸੀ? ਨਹੀਂ ਕਰਨਾ ਸੀ। ਉਹਨੂੰ ਪਰਮੇਸ਼ਵਰ ਦਾ ਡਰ ਨਹੀਂ ਸੀ, ਉਹਦੇ ਕੋਲੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਨਹੀਂ ਸੀ। ਫਿਰ ਅਸੀਂ ਕੀ ਦੇਖਦੇ ਹਾਂ? ਪੋਟੀਫਰ ਨੇ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ, ਪਰ ਪ੍ਰਭੂ ਯੂਸਫ ਦੇ ਨਾਲ ਸੀ। ਜਦੋਂ ਉਹ ਮਹਿਲ ਦੇ ਵਿੱਚ ਵੀ ਸੀ ਉਦੋਂ ਵੀ ਪ੍ਰਭੂ ਉਹਦੇ ਨਾਲ ਸੀ, ਜਦੋਂ ਉਹ ਜੇਲ੍ਹ ਦੇ ਵਿੱਚ ਸੀ ਉਦੋਂ ਵੀ ਪ੍ਰਭੂ ਇਹਦੇ ਨਾਲ ਸੀ। ਇਸ ਲਈ ਉਸ ਤੋਂ ਜੇਲ੍ਹ ਦਾ ਦਰੋਗਾ ਬਹੁਤ ਖੁਸ਼ ਹੋ ਗਿਆ। ਦਰੋਗੇ ਨੇ ਯੂਸਫ ਨੂੰ ਬਾਕੀ ਸਭ ਕੈਦੀਆਂ ਦਾ ਪ੍ਰਬੰਧਕ ਬਣਾ ਦਿੱਤਾ। ਜੇਲ੍ਹ ਵਿੱਚ ਹਰ ਗੱਲ ਯੂਸਫ ਦੀ ਹੀ ਮੰਨੀ ਜਾਂਦੀ ਸੀ। ਦਰੋਗੇ ਨੂੰ ਕਿਸੇ ਗੱਲ ਦਾ ਫਿਕਰ ਨਹੀਂ ਸੀ, ਹਰ ਗੱਲ ਯੂਸਫ ਹੀ ਕਰਦਾ ਸੀ। ਪ੍ਰਭੂ ਉਸ ਦੇ ਨਾਲ ਸੀ, ਇਸ ਲਈ ਉਸ ਦਾ ਹਰ ਕੰਮ ਸਫਲ ਹੁੰਦਾ ਸੀ। ਭੈਣੋ ਤੇ ਭਰਾਵੋ, ਅਸੀਂ ਕੀ ਦੇਖਿਆ? ਆਗਿਆਕਾਰੀ ਦੇਖੀ ਕਿ ਚਾਹੇ ਉਹ ਪਿੱਟ ਦੇ ਵਿੱਚ ਸੀ ਤੇ ਚਾਹੇ ਉਹ ਪੈਲਸ ਦੇ ਵਿੱਚ ਸੀ, ਉਹਨੂੰ ਹਮੇਸ਼ਾ ਪ੍ਰਭੂ ਦੀ ਹਜ਼ੂਰੀ ਉਹਦੇ ਨਾਲ ਸੀ। ਉਹ ਪ੍ਰਭੂ ਦੀਆਂ ਗੱਲਾਂ ਦੇ ਲਈ ਆਗਿਆਕਾਰ ਸੀ। ਜੋ ਉਹਦੇ ਦਿਲ ਦੇ ਉੱਤੇ ਗੱਲਾਂ ਲਿਖੀਆਂ ਗਈਆਂ ਸੀ, ਉਹ ਹਰ ਵਕਤ ਉਹਦੇ ਦਿਲ ਦੇ ਵਿੱਚ, ਉਹਦੇ ਦਿਮਾਗ ਦੇ ਵਿੱਚ ਚੱਲਦੇ ਬਹਿੰਦੇ, ਉੱਠਦੇ ਸੌਂਦੇ ਜਾਗਦੇ, ਖਾਂਦੇ ਪੀਂਦੇ, ਉਹ ਸਾਰੀਆਂ ਗੱਲਾਂ ਉਸ 'ਤੇ ਕੰਮ ਕਰਦੀਆਂ ਰਹਿੰਦੀਆਂ ਸੀ। ਉਸ ਨੂੰ ਪਤਾ ਸੀ ਇਜ਼ਰਾਈਲ ਦਾ ਪਰਮੇਸ਼ਰ, ਜਿਉਂਦਾ ਪਰਮੇਸ਼ਰ ਹਰ ਵਕਤ ਮੇਰੇ ਨਾਲ ਆ। ਇਸ ਲਈ ਉਹਦੇ ਹਰ ਕੰਮ ਦੇ ਵਿੱਚ ਉਹਦੀ ਆਗਿਆਕਾਰੀ ਸੀ। ਤੇ ਵਾਰੀ-ਵਾਰੀ ਅਸੀਂ ਦੇਖਦੇ ਹਾਂ ਉਹਦੀ ਆਗਿਆਕਾਰੀ ਦੇ ਨਾਲ ਉਹਦਾ ਮਾਲਕ ਟੱਚ ਹੋਇਆ, ਦਰੋਗਾ ਟੱਚ ਹੋਇਆ। ਪਰਮੇਸ਼ਰ ਉਹਦੇ ਨਾਲ ਸੀ, ਉਹਨੂੰ ਬਰਕਤਾਂ ਦੇ ਰਿਹਾ ਸੀ, ਜੇਲ੍ਹ ਦੇ ਵਿੱਚ ਉਹਨੂੰ ਬਰਕਤਾਂ ਦੇ ਰਿਹਾ ਸੀਗਾ। ਕਿਉਂ? ਕਿਉਂਕਿ ਉਹਨੂੰ ਇਹ ਪਤਾ ਸੀ ਕਿ ਨਾ ਤਾਂ ਮੈਂ ਆਪਣੇ ਪਰਮੇਸ਼ਰ ਦੇ ਵਿਰੁੱਧ ਪਾਪ ਕਰਨਾ, ਨਾ ਮੈਂ ਆਪਣੇ ਧਰਤੀ ਦੇ ਮਾਲਕ ਦੇ ਵਿਰੁੱਧ ਪਾਪ ਕਰਨਾ। ਅੱਜ ਸਾਡਾ ਟੌਪਿਕ ਕੀ ਆ? ਪਲੀਜ਼ਿੰਗ ਦਾ ਮਾਸਟਰ ਬਾਏ ਓਬੇਇੰਗ। ਆਗਿਆਕਾਰੀ ਦੇ ਨਾਲ ਆਪਣੇ ਮਾਲਕ ਨੂੰ ਖੁਸ਼ ਕਰਨਾ। ਪਰਮੇਸ਼ਰ ਦੇ ਵਚਨ ਅਫਸੀਆਂ ਦੇ ਵਿੱਚ 6ਵੇਂ ਅਧਿਆਇ ਦੀ 5ਵੇਂ ਚੈਪਟਰ 'ਚ ਲਿਖਿਆ, 6ਵੇਂ ਚੈਪਟਰ 'ਚ 5, 6, 7 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ, ਗੁਲਾਮੋ, ਚਾਹੇ ਤੁਸੀਂ ਗੁਲਾਮ ਹੋ, ਚਾਹੇ ਤੁਸੀਂ ਨੌਕਰ ਹੋ, ਚਾਹੇ ਤੁਸੀਂ ਨੌਕਰੀ ਕਰਦੇ ਹੋ, ਆਪਣੇ ਸੰਸਾਰਿਕ ਮਾਲਕਾਂ ਦੇ ਪੂਰੇ ਦਿਲ ਨਾਲ ਡਰਦੇ ਤੇ ਕੰਬਦੇ ਹੋਏ ਇਸ ਤਰ੍ਹਾਂ ਆਗਿਆਕਾਰੀ ਬਣੋ ਜਿਸ ਤਰ੍ਹਾਂ ਕਿ ਤੁਸੀਂ ਮਸੀਹ ਦੇ ਗੁਲਾਮ ਹੋ। ਕੇਵਲ ਆਦਮੀਆਂ ਨੂੰ ਦਿਖਾਉਣ ਵਾਸਤੇ ਹੀ ਸੇਵਾ ਨਾ ਕਰੋ,
ਸਗੋਂ ਮਸੀਹ ਦੇ ਗੁਲਾਮ ਹੋਣ ਦੇ ਨਾਤੇ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰੋ। ਇਸ ਲਈ ਗੁਲਾਮ ਹੋਣ ਦੇ ਨਾਤੇ ਹੀ ਖੁਸ਼ੀ ਨਾਲ ਸੇਵਾ ਕਰੋ, ਇਹ ਸਮਝ ਕੇ ਕਿ ਤੁਹਾਡੀ ਸੇਵਾ ਪ੍ਰਭੂ ਦੇ ਲਈ ਹੈ, ਨਾ ਕਿ ਆਦਮੀਆਂ ਦੇ ਲਈ। ਡਜ਼ਨਟ ਮੈਟਰ ਕਿੱਦਾਂ ਦਾ ਤੁਹਾਡਾ ਬੌਸ ਆ, ਪਰਮੇਸ਼ਵਰ ਦਾ ਹੁਕਮ ਕੀ ਕਹਿੰਦਾ ਸਾਨੂੰ? ਆਗਿਆਕਾਰੀ ਕਰੋ। ਕਿਉਂ ਕਰੋ? ਕਿਉਂਕਿ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਜਦੋਂ ਲੋਕ ਦੇਖਣ, ਕਹਿਣ ਕਿ ਇਹਨਾਂ ਦਾ ਪਰਮੇਸ਼ਵਰ ਕਿੰਨਾ ਮਹਾਨ ਆ, ਅਸੀਂ ਇਹਨਾਂ ਨੂੰ ਇੰਨਾ ਤੰਗ ਕਰਦੇ ਹਾਂ, ਇਹ ਪੂਰੇ ਦਿਲ ਨਾਲ, ਪੂਰੇ ਮਨ ਦੇ ਨਾਲ ਕੰਮ ਕਰ ਰਹੇ ਆ। ਹਾਲੇਲੂਇਆ। ਫਿਰ ਅਸੀਂ ਦੇਖਦੇ ਪਏ ਹਾਂ ਕਿ ਜਦੋਂ ਕੋਲਾਸ਼ੀਅਨਜ਼ ਦੇ 3 ਚੈਪਟਰ ਦੀ 22ਵੀਂ ਆਇਤ ਦੇ ਵਿੱਚ ਵੀ ਇਹ ਲਿਖਿਆ, ਨੌਕਰੋ ਹਮੇਸ਼ਾ ਆਪਣੇ ਮਨੁੱਖੀ ਮਾਲਕਾਂ ਦੇ ਆਗਿਆਕਾਰ ਬਣ ਕੇ ਰਹੋ। ਕੰਮ ਕਰਦੇ ਸਮੇਂ ਕੇਵਲ ਮਨੁੱਖਾਂ ਨੂੰ ਖੁਸ਼ ਕਰਨ ਦੇ ਲਈ ਦਿਖਾਵੇ ਦੇ ਤੌਰ ਤੇ ਕੰਮ ਨਾ ਕਰੋ, ਸਗੋਂ ਗੱਲ ਕੀ ਤੁਸੀਂ ਆਪਣੇ ਮਾਲਕਾਂ ਦੇ ਪ੍ਰਭੂ ਦੇ ਡਰ ਵਿੱਚ ਰਹਿ ਕੇ ਪੂਰਨ ਆਗਿਆਕਾਰੀ ਬਣੋ। ਪੂਰਨ ਆਗਿਆਕਾਰੀ ਕੀ ਕਰੋ? ਪੂਰਨ ਆਗਿਆਕਾਰੀ ਬਣੋ। ਭੈਣੋ ਤੇ ਭਰਾਵੋ, ਅਸੀਂ 2 ਕਹਾਣੀਆਂ ਸੁਣੀਆਂ ਅੱਜ। 3 ਚੀਜ਼ਾਂ ਅਸੀਂ ਜਿਹੜੀਆਂ, ਜਿਨ੍ਹਾਂ ਦੇ ਕੋਲੇ ਚੁੰਨੀਆਂ ਵਾ, ਉਹ ਆਪਦੀ ਚੁੰਨੀ ਦੇ ਵਿੱਚ ਬੰਨ੍ਹ ਲਓ। ਜਿਨ੍ਹਾਂ ਦੇ ਕੋਲੇ ਪੈਂਟਾਂ ਪਾਈਆਂ ਹੋਈਆਂ, ਉਹ ਆਪਣਾ ਹੱਥ ਪੈਂਟ ਦੀ ਜੇਬ 'ਚ ਪਾ ਕੇ ਉਹਦੇ 'ਚ ਪਾ ਲਓ। 3 ਚੀਜ਼ਾਂ ਜਿਹੜੀਆਂ ਅਸੀਂ ਅੱਜ ਘਰੇ ਲੈ ਕੇ ਜਾਣੀਆਂ। ਜਿਹੜੀ ਆਗਿਆਕਾਰੀ ਆ, ਉਹ ਪਰਮੇਸ਼ਵਰ ਦੀ ਸੱਚੀ ਆਰਾਧਨਾ। ਕੀ ਆ? ਤੁਸੀਂ ਸਾਰੇ ਆਰਾਧਨਾ ਕਰਦੇ ਹੋ, ਚਾਹੇ ਘਰੇ ਕਰਦੇ ਹੋ, ਚਾਹੇ ਕਾਰ 'ਚ ਜਾਂਦੇ ਕਰਦੇ ਹੋ, ਸਵੇਰੇ ਉੱਠ ਕੇ ਕਰਦੇ ਹੋ, ਰਾਤ ਨੂੰ ਕਰਦੇ ਹੋ। ਪਰਮੇਸ਼ਵਰ ਕਹਿੰਦਾ ਜਿਹੜੀ ਆਗਿਆਕਾਰੀ ਆ ਉਹ ਸੱਚੀ ਆਰਾਧਨਾ। ਫਿਰ ਜਿਹੜਾ ਦੂਸਰਾ ਪੁਆਇੰਟ ਪ੍ਰਭੂ ਕੀ ਕਹਿੰਦੇ ਪਏ ਆ, ਜਿਹੜੀ ਆਗਿਆਕਾਰੀ ਆ ਉਹ ਬਲੀਆਂ ਤੋਂ ਕਿਤੇ ਉੱਤਮ ਆ। ਤੀਸਰੀ ਗੱਲ ਜੋ ਅਸੀਂ ਅੱਜ ਪੱਲੇ ਬੰਨ੍ਹ ਕੇ ਲੈ ਕੇ ਜਾਣੀ ਆ, ਉਹ ਹੈਗੀ ਆ ਜਿਹੜੀ ਆਗਿਆਕਾਰੀ ਆ, ਸਾਡਾ ਜਿਹੜਾ ਪਰਮੇਸ਼ਵਰ 'ਚ ਵਿਸ਼ਵਾਸ ਆ ਉਸ ਨੂੰ ਰੈਪਰਜ਼ੈਂਟ ਕਰਦੀ ਆ ਕਿ ਸਾਡਾ ਵਿਸ਼ਵਾਸ ਆਪਣੇ ਪਰਮੇਸ਼ਵਰ 'ਤੇ ਕਿੰਨਾ। ਪਹਿਲੀ ਦੇ ਵਿੱਚ ਲਿਖਿਆ, ਓਬੀਡੀਐਂਸ ਇਜ਼ ਅ ਐਕਟ ਆਫ ਵਰਸ਼ਿਪ। ਰੋਮੀਆਂ ਦੇ 12ਵੇਂ ਅਧਿਆਇ ਦੀ 1 ਆਇਤ 'ਚ ਲਿਖਿਆ, ਇਸ ਲਈ ਮੇਰੇ ਭੈਣੋ ਤੇ ਭਰਾਵੋ, ਪਰਮੇਸ਼ਵਰ ਦੀਆਂ ਅਣਗਿਣਤ ਮੇਰਾ ਨੂੰ ਮੈਂ ਯਾਦ ਕਰਾਉਂਦਿਆਂ ਹੋਇਆਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਆਪ ਨੂੰ ਜਿੰਦਾ, ਪਵਿੱਤਰ ਅਤੇ ਮੰਨਣਯੋਗ ਕੁਰਬਾਨੀ ਦੇ ਰੂਪ ਦੇ ਵਿੱਚ ਪਰਮੇਸ਼ਵਰ ਦੇ ਸਾਹਮਣੇ ਚੜਾਓ, ਕਿਉਂਕਿ ਇਹੀ ਉਸ ਦੀ ਆਰਾਧਨਾ ਦਾ ਅਸਲੀ ਨੇਮ ਹੈ। ਯੂਸਫ ਕੀ ਕਹਿ ਸਕਦਾ ਸੀ? ਮੇਰਾ ਕੀ ਕਸੂਰ ਆ, ਮੈਂ ਥੋੜੀ ਉਹਦੇ ਕੋਲੇ ਗਿਆ, ਉਹ ਮੇਰੇ ਕੋਲੇ ਆਈ ਆ, ਮੈਂ ਹੁਣ ਆਪਦੀ ਇੰਨੀ ਵੱਡੀ ਪੋਜੀਸ਼ਨ ਥੋੜੀ ਖਰਾਬ ਕਰਨੀ ਆ ਉਹਨੂੰ ਨਾ ਕਹਿ ਕੇ। ਜੇ ਰਾਜੇ ਦੀ ਘਰ ਵਾਲੀ ਖੁਸ਼ ਤਾਂ ਮੇਰੀਆਂ ਤਾਂ ਮੌਜਾਂ ਹੀ ਮੌਜਾਂ। ਉਸਨੇ ਆਪਣੇ ਆਪ ਨੂੰ ਕੀ ਕੀਤਾ? ਜਿੰਦਾ ਕੁਰਬਾਨੀ, ਆਪਣੇ ਦਿਲ ਨੂੰ, ਆਪਣੀ ਸੋਚਾਂ ਨੂੰ, ਆਪਣੀਆਂ ਖੁਆਇਸ਼ਾਂ ਨੂੰ ਉਸੇ ਵੇਲੇ ਕੁਰਬਾਨ ਕਰਤਾ। ਕਿਉਂ? ਸੱਚੀ ਆਰਾਧਨਾ। ਉਹ ਪਰਮੇਸ਼ਵਰ ਦਾ ਸੱਚਾ ਆਰਾਧਕ ਸੀ। ਹਾਲੇਲੂਇਆ। ਬੈਟਰ ਦੈਨ ਸੈਕਰੀਫਾਈਸ। ਦੂਸਰਾ ਪੁਆਇੰਟ ਜਿਹੜਾ ਅਸੀਂ ਲੈ ਕੇ ਜਾਣਾ, ਪਰਮੇਸ਼ਵਰ ਸਾਡੇ ਤੋਂ ਚੀਜ਼ਾਂ ਮੰਗਦਾ, ਪਰਮੇਸ਼ਵਰ ਸਾਡੇ ਤੋਂ ਪੈਸੇ ਮੰਗਦਾ, ਪਰਮੇਸ਼ਵਰ ਸਾਡੇ ਤੋਂ ਕੋਈ ਚੀਜ਼ ਮੰਗਦੇ ਆ? ਸਭ ਕੁਝ ਤਾਂ ਉਹਨਾਂ ਦਾ ਦਿੱਤਾ ਹੋਇਆ ਜੋ ਕੁਝ ਸਾਡੇ ਕੋਲੇ ਹੈਗਾ। ਪਰਮੇਸ਼ਵਰ ਕਹਿੰਦੇ ਪਏ ਆ ਕਿ ਪਰਮੇਸ਼ਵਰ ਦੀ ਆਗਿਆ ਮੰਨਣਾ ਬਲੀਆਂ ਤੋਂ ਕਿਤੇ ਚੰਗਾ ਹੈ। ਉਸ ਦੀ ਅਵਗਿਆਕਾਰੀ ਜਾਦੂ ਟੂਣੇ ਦੇ ਬਰਾਬਰ ਹੈ। ਜਿੱਦੀਪੁਣਾ ਤੇ ਵਿਚਾਰ ਮੂਰਤੀ ਪੂਜਾ ਦੇ ਬਰਾਬਰ। ਅਸੀਂ ਅੱਜ ਆਪਣੇ ਆਪ ਨੂੰ ਪਰਮੇਸ਼ਵਰ ਦੀ ਮਦਦ ਦੇ ਨਾਲ ਚੈੱਕ ਕਰਨਾ, ਪ੍ਰਭੂ ਜੀ ਤੁਸੀਂ ਬਹੁਤ ਧੋਤਾ, ਪਰ ਹਜੇ ਵੀ ਕਮੀਆਂ ਹੈਗੀਆਂ। ਤੁਸੀਂ ਝਾਤੀ ਮਾਰੋ, ਅੰਦਰ ਦੇਖੋ, ਸਫਾਈ ਕਰੋ, ਤਾਂ ਕਿ ਮੈਂ ਆਪਣੇ ਆਪ ਨੂੰ ਜਦੋਂ ਤੁਹਾਡੇ ਅੱਗੇ ਚੜਾਵਾਂ ਤਾਂ ਤੁਹਾਨੂੰ ਇਹ ਬਲੀ ਪਸੰਦ ਆਵੇ। ਤੀਸਰਾ ਪੁਆਇੰਟ,
ਓਬੀਡੀਐਂਸ ਡੈਮੋਨਸਟ੍ਰੇਟ ਫੇਥ। ਪਹਿਲਾ यूहन्ना उसकी 2 ਚੈਪਟਰ उसकी 3 ਤੋਂ 6 ਆਇਤ। ਜੇਕਰ ਅਸੀਂ ਪਰਮੇਸ਼ਵਰ ਦੀ ਆਗਿਆਵਾਂ ਦੀ ਪਾਲਣਾ ਕਰਦੇ ਹਾਂ ਤਾਂ ਸਮਝੋ ਕਿ ਅਸੀਂ ਉਸ ਨੂੰ ਜਾਣਦੇ ਵੀ ਹਾਂ। ਉਹ ਆਦਮੀ ਜੋ ਕਹਿੰਦਾ ਹੈ ਕਿ ਮੈਂ ਉਸ ਨੂੰ ਜਾਣਦਾ ਹਾਂ ਪਰ ਉਸ ਦੀਆਂ ਆਗਿਆਵਾਂ ਨੂੰ ਨਹੀਂ ਮੰਨਦਾ ਅਤੇ ਉਸ ਦੇ ਵਚਨਾਂ ਤੇ ਨਹੀਂ ਚੱਲਦਾ, ਉਹ ਝੂਠਾ ਅਤੇ ਸੱਚਾਈ ਤੋਂ ਰਹਿ। ਪਰ ਉਹ ਆਦਮੀ ਜੋ ਉਸ ਦੇ ਵਚਨਾਂ ਤੇ ਚੱਲਦਾ ਹੈ ਉਹ ਸੱਚਮੁੱਚ ਆਪਣੇ ਪਰਮੇਸ਼ਰ ਨੂੰ ਪਿਆਰ ਦੇ ਦੁਆਰਾ ਪੂਰਨ ਕੀਤਾ ਗਿਆ ਹੈ। ਸੋ ਉਹ ਆਦਮੀ ਜੋ ਕਹਿੰਦਾ ਹੈ ਕਿ ਮੈਂ ਉਸ ਦੀ ਸੰਗਤ ਵਿੱਚ ਰਹਿ ਰਿਹਾ ਹਾਂ, ਉਸ ਲਈ ਜ਼ਰੂਰੀ ਹੈ ਕਿ ਉਸੇ ਦੀ ਤਰ੍ਹਾਂ ਜੀਵਨ ਵੀ ਗੁਜ਼ਾਰੇ ਜਿਸ ਤਰ੍ਹਾਂ ਯਿਸੂ ਮਸੀਹ ਨੇ ਗੁਜ਼ਾਰਿਆ ਸੀ। ਯਿਸੂ ਮਸੀਹ ਨੇ ਕਿਵੇਂ ਗੁਜ਼ਾਰਿਆ? ਸਾਰੀ ਜਗ ਦਾ ਮਾਲਕ ਹੋ ਕੇ ਇਬਰਾਨੀਆਂ ਦੇ 10ਵੇਂ ਅਧਿਆਏ 'ਚ 5ਵੀਂ ਆਇਤ 'ਚ ਪ੍ਰਭੂ ਕਹਿੰਦੇ ਪਏ ਆ, ਇਸ ਸੰਸਾਰ ਦੇ ਮਾਲਕ ਨੇ ਓਬੀਡੀਐਂਸ ਦਿਖਾਈ। ਇਸ ਲਈ ਜਦੋਂ ਮਸੀਹ ਇਸ ਸੰਸਾਰ ਵਿੱਚ ਆ ਰਹੇ ਸਨ ਤਾਂ ਪਰਮੇਸ਼ਰ ਨੇ ਉਹਨਾਂ ਨੇ ਪਰਮੇਸ਼ਰ ਨੂੰ ਕਿਹਾ, ਤੂੰ ਬਲੀਦਾਨ ਬਲੀ ਜਾਂ ਪਾਪ ਬਲੀ ਤੋਂ ਖੁਸ਼ ਨਾ ਹੋਇਆ। ਤਦ ਮੈਂ ਕਿਹਾ, ਮੈਂ ਹਾਜ਼ਰ ਹਾਂ ਹੇ ਪਰਮੇਸ਼ਵਰ, ਜਿਸ ਤਰ੍ਹਾਂ ਧਰਮ ਗ੍ਰੰਥ ਵਿੱਚ ਮੇਰੇ ਬਾਰੇ ਲਿਖਿਆ ਗਿਆ ਹੈ, ਜੋ ਤੂੰ ਚਾਹੇ ਮੈਂ ਕਰਨ ਦੇ ਲਈ ਤਿਆਰ ਹਾਂ। ਪਰਮੇਸ਼ਵਰ ਨੇ ਉਹ ਸਰੀਰ ਤਿਆਰ ਕੀਤਾ ਜੋ ਸਾਡੇ ਪਾਪਾਂ ਦੀ ਬਲੀ ਦੇ ਲਈ ਸੂਲੀ ਤੇ ਚੜਾਇਆ ਗਿਆ। ਦੁਨੀਆ ਦੇ ਬੰਦਿਆਂ ਨੇ ਆਗਿਆਕਾਰੀ ਤਾਂ ਕੀਤੀ ਪਰ ਪਰਮੇਸ਼ਵਰ ਨੇ ਸਾਡੀ ਜਾਨ ਬਚਾਉਣ ਦੇ ਲਈ ਆਗਿਆਕਾਰੀ ਕੀਤੀ। ਅੱਜ ਉਹ ਪਰਮੇਸ਼ਵਰ ਸਾਡੇ ਨਾਲ ਗੱਲ ਕਰ ਰਿਹਾ। ਪ੍ਰਭੂ ਦਾ ਵਚਨ ਕਹਿੰਦਾ, ਜਿਹਨੇ ਸੁਣਨ ਦੇ ਕੰਨ ਉਹ ਸੁਣੋ। ਅਗਰ ਅੱਜ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰ ਰਹੇ ਆ, ਤੁਸੀਂ ਪਰਮੇਸ਼ਵਰ ਦੇ ਅੱਗੇ ਅਰਦਾਸ ਕਰ ਰਹੇ ਹੋਗੇ, ਪ੍ਰਭੂ ਤੂੰ ਮੇਰੇ ਅੰਦਰ ਝਾਤੀ ਮਾਰ, ਦੇਖ ਕਿੱਥੇ ਆਗਿਆਕਾਰੀ ਆ, ਇਸ ਨੂੰ ਸਾਫ਼ ਕਰ ਦੇ। ਤੁਸੀਂ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜਾਓ। ਪਰਮੇਸ਼ਵਰ ਦੇ ਅੱਗੇ ਰਲ ਕੇ ਅਸੀਂ ਬੇਨਤੀ ਕਰਾਂਗੇ ਸਾਰੇ कि परमेश्वर मेरे पिता, ये मेरी दुआ यीशु के मानद मुझको बना। मे गॉड ब्लेस यू ऑल। परमेश्वर असी तुहाडा धन्नवाद करते हैं तुहाडे वचन दे विच खुदावंद सच्चाइयां। तो प्रभु जी असी दुआ करते हैं, असी जदों तेरे सारे बच्चे झोली अड्ड के खुदावंद तेरे चरनां 'च खड़े हाँ, तो प्रभु असी तुहाडे तो यही मंगते हैं कि जिद्दां तुहाडे बेटे ने आग्याकारी कीती, उहदा आत्मा साडी मदद करे, असी पूर्ण तौर ते आग्याकार होके तेरे मूहरे खड़े होइए। यीशु दे नाम दे विच असी मंगदे हां। सारी संगत कवे आमीन आमीन। और पास्टर जी और हरमन नूं ब्लेस करिए। दूसरी ਜਿਹੜੀ ਮੇਰੀ ਦੁਆ ਕਿ ਜਿਹੜੀ ਨੈਬ ਦੀ ਫੈਮਿਲੀ ਹੈ, ਪ੍ਰਭੂ ਉਹਨਾਂ ਨੂੰ ਵਿਆਹ ਦੇ ਨਾਲ ਮੁਕਤੀ। Sure. Pray for the family also कि खुदावंद अपनी मुक्ति का काम भी करता जाए। आओ मिल के दुआ करिए। खुदावंद तेरा शुक्र कि तू सानू साडे बच्चों की खुशियां दिखा। और मैनू ये पता खुदावंद कि ये सारे प्लान जिहड़े ने तेरा आइडिया है। मैरिज इज योर आइडिया लॉर्ड। और तू खुदावंद साथी चुने दे ने। दुनिया में भी लोग कहते जोड़ियां आसमानां ते बनदियां। असीं भी खुदावंद देखते हैं कि जब तक तू घर ना बनाए, तेरे बाइबल च लिखा है कि बनाने वालों की मेहनत अब्स है। सो खुदावंद असीं इकरार करते हैं कि एक खुदावंद तेरे प्लान्स के मुताबिक जो भी है हो रहा। तो इसलिए असीं अज प्रीत नूं नव नूं खुदावंद तुहाडे नां च बरकत की दुआ देने। खुदावंद जदों उन्होंने फैसला किया एक दूजे नाल जिंदगी बिताउण, तो खुदा मैं दुआ करना सारी डिटेल्स ब्याह तक खुदावंद जो भी रस्मां रिवाज है ये दुआ करते हैं खुदावंद उन्होंने अखा थोड़े ने आ। खुदावंद इसी तरह दीपक फैमिली दीप नाल मिल के खुदावंद वर्दी फैमिली नाल असी खुदावंद अंकल आंटी उन्होंने माम डैड लिए खुदावंद थोड़ा शुक्र करते जिन्होंने लैके आए इत्थे। दुआ करने कि उन्होंने भी इत्थे रहना, इकट्ठे मिल के रहना। खुदावंद खुशियाँ और बरकतां लैके आए मसीह यीशु दे नाम विच
Amen. Amen.